ਬਹੁਤ ਵੱਡੀ ਚਰਚਾ ਦਾ ਵਿਸ਼ਾ ਇਜ਼ਰਾਈਲ ਤੇ ਫਿਲਿਸਤੀਨ ਦੀ ਜੇ ਅਸੀਂ ਗੱਲ ਕਰੀਏ, ਇਹ ਝਗੜਾ ਜਿਹੜਾ ਜੀ ਦੁਨੀਆ ਭਰ ਦੇ ਉੱਪਰ ਇਸ ਵੇਲੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਅਜਿੰਦਰ ਜੀ, ਇਹ ਕਹਾਣੀ ਜਿਹੜੀ ਫਿਲਸਤੀਨ ਤੇ ਆਪਣੀ ਇਜ਼ਰਾਈਲ ਦੀ ਚੱਲ ਰਹੀ ਹੈ, ਕੋਈ 100 ਸਾਲ ਪੁਰਾਣੀ ਕਹਾਣੀ ਹੈਗੀ। ਇਜ਼ਰਾਈਲ ਜਿਹੜੀ ਸਟੇਟ ਉੱਥੇ ਬਣ ਕੇ ਆ ਗਈ, ਜਿਹਨੂੰ ਯੂਨਾਈਟਿਡ ਨੇਸ਼ਨ ਦਾ ਬੈਕਅਪ ਸੀ, ਜਿਹਦੇ ਵਿੱਚ US ਨੇ ਕਾਫੀ ਉਸ ਟਾਈਮ ਹੈਲਪ ਕੀਤੀ। ਜਾਰਡਨ ਦਾ ਉਸ ਸਮੇਂ ਵੈਸਟ ਬੈਂਕ ਤੇ ਕਬਜ਼ਾ ਸੀ ਔਰ ਗਾਜ਼ਾ ਦੇ ਉੱਪਰ ਉਸ ਸਮੇਂ ਇਜਿਪਟ ਦਾ ਕਬਜ਼ਾ ਸੀ। 800 ਸਾਲ ਪਹਿਲੇ ਬਾਬਾ ਫਰੀਦ ਵੀ ਇੱਥੇ ਕੋਈ 3-4 ਸਾਲ ਰਹੇ ਤੇ ਇੱਥੇ ਉਹਨਾਂ ਨੇ ਆਪਣਾ ਧਿਆਨ ਕੀਤਾ ਹੈਗਾ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਸ਼ਰਧਾਲੂ ਹੈਗੇ ਇੰਡੀਆ ਤੋਂ ਵੀ ਜਿਹੜੇ ਜਰੂਸਲਮ ਦੇ ਵਿੱਚ ਜਾਂਦੇ ਹੈ। ਇਹ ਬੇਸਿਕਲੀ ਜਿਹੜੇ ਮਿਸਾਈਲ ਅਗਰ ਕੰਟਰੀਜ਼ ਦੇ ਉੱਪਰ ਆ ਰਹੇ ਇਹਨੂੰ ਇੰਟਰਸੈਪਟ ਕਰਦਾ ਹੈਗਾ ਤੇ ਹਵਾ ਦੇ ਵਿੱਚ ਹੀ ਉਹਨਾਂ ਨੂੰ ਫਿਨਿਸ਼ ਕਰ ਦਿੰਦਾ ਹੈਗਾ। 3000 ਤੋਂ ਉੱਪਰ ਰਾਕਟ ਹਮਾਸ ਨੇ ਹਾਲੇ ਤੱਕ ਇਜ਼ਰਾਈਲ ਦੇ ਉੱਪਰ ਚਲਾਏ ਹੈਗੇ ਤੇ ਉਹਦੇ ਵਿੱਚੋਂ ਤੁਸੀਂ ਕਹਿ ਲਓ ਹੁਣ ਓਨਲੀ 5 to 6% ਹੀ ਜਿਹੜੇ ਆ ਉਹ ਇਜ਼ਰਾਈਲ ਦੇ ਉੱਪਰ ਕਾਰਾਗਾਰ ਤਰੀਕੇ ਨਾਲ ਪਹੁੰਚ ਸਕੇ ਹੈ। ਸੋ ਦੋਸਤੋ, ਹਰਜਿੰਦਰ ਗਿੱਲ ਸ਼ੋਅ ਦੀ ਸਾਡੀ ਇੱਕ ਖਾਸ ਪੇਸ਼ਕਸ਼ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ। ਸੋ ਕਿਉਂਕਿ ਅਸੀਂ ਪਿਛਲੇ ਕੁਝ ਦਿਨਾਂ ਤੋਂ ਦੱਸਦੇ ਆ ਰਹੇ ਸੀਗੇ ਕਿ ਇਸ ਵੇਲੇ ਬੜੀ ਸਿਚੁਏਸ਼ਨ ਜਦੋਂ ਵਰਲਡ ਲੈਵਲ ਦੇ ਉੱਪਰ ਪੋਲੀਟੀਕਲੀ ਜਾਂ ਇਕਨੋਮਿਕਲੀ ਜਦੋਂ ਡਿਸਕਸ਼ਨਸ ਹੁੰਦੀਆਂ ਨੇ ਤਾਂ ਇੱਕ ਦੇਸ਼ ਦੇ ਦੂਸਰੇ ਦੇਸ਼ ਨਾਲ ਸੰਬੰਧਾਂ ਦੇ ਬਾਰੇ 'ਚ ਬੜਾ ਇੱਕ ਅਹਿਮ ਹਮੇਸ਼ਾ ਇੱਕ ਫੈਕਟਰ ਮੰਨਿਆ ਜਾਂਦਾ ਹੈ ਜਦੋਂ ਵਰਲਡ ਲੈਵਲ ਦੇ ਉੱਪਰ ਇਕੋਨਮੀ ਦੀ ਗੱਲ ਚੱਲਦੀ ਹੈ, ਇਸ ਗਲੋਬਲ ਵਿਲੇਜ ਦੀ ਗੱਲ ਚੱਲਦੀ ਹੈ। ਤਾਂ ਇਸ ਵੇਲੇ ਬਹੁਤ ਵੱਡੀ ਚਰਚਾ ਦਾ ਵਿਸ਼ਾ ਇਜ਼ਰਾਈਲ ਤੇ ਫਿਲਿਸਤੀਨ ਦੀ ਜੇ ਅਸੀਂ ਗੱਲ ਕਰੀਏ, ਇਹ ਝਗੜਾ ਜਿਹੜਾ ਜੀ ਦੁਨੀਆ ਭਰ ਦੇ ਉੱਪਰ ਇਸ ਵੇਲੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰ ਰਿਹਾ। ਸੋ ਇਹਦੇ ਬਾਰੇ 'ਚ ਸ਼ਾਇਦ ਤੁਸੀਂ ਪੰਜਾਬੀ ਦੇ ਵਿੱਚ, ਪੰਜਾਬੀ ਮੀਡੀਆ ਦੇ ਵਿੱਚ ਬਹੁਤ ਘੱਟ ਕਵਰੇਜ ਜਾਂ ਬਹੁਤ ਘੱਟ ਰਿਪੋਰਟਸ ਜਿਹੜੀਆਂ ਹੁਣ ਤੱਕ ਸੁਣੀਆਂ ਹੋਣਗੀਆਂ, ਜਿਹਦੇ ਵਿੱਚ ਇੱਕ ਹਿਸਟਰੀ ਦੀ ਤਰ੍ਹਾਂ ਹਿਸਟਰੀ ਦੱਸਦੇ ਹੋਏ ਇਹਦੀ ਅੱਜ ਤੱਕ ਦੀ ਜੋ ਗਰਾਊਂਡਸ ਨੇ, ਉਹਦੇ ਪਿੱਛੇ ਕਾਰਨ ਕੀ ਨੇ ਤੇ ਹੁਣ ਇਸ ਵੇਲੇ ਪ੍ਰੈਜ਼ੈਂਟ ਸਿਚੁਏਸ਼ਨ ਕੀ ਹੈ, ਉਹਦੇ ਉੱਪਰ ਕਵਰ ਕੀਤਾ ਗਿਆ ਹੋਵੇ। ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੇ ਜੀ ਮੀਡੀਆ ਗਰੁੱਪ ਦੇ ਜਿਹੜੇ ਸਾਡੇ ਹਰਜਿੰਦਰ ਗਿੱਲ ਸ਼ੋਅ ਰਾਮਸ ਪੰਜਾਬੀ ਦੇ ਜਿਹੜੇ ਲਿਸਨਰਸ ਨੇ, ਉਹਨਾਂ ਲਈ ਇਹ ਖਾਸ ਪੇਸ਼ਕਸ਼ ਤੁਹਾਡੇ ਲਈ ਪਹੁੰਚਦੀ ਕਰੀਏ। ਤੇ ਉਹਦੇ ਵਿੱਚ ਮੇਰੇ ਨਾਲ ਸਾਥ ਦੇਣ ਲਈ ਭੁਪਿੰਦਰ ਸਿੰਘ ਹੋਰੀ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਖੇਚਲ ਦਿੱਤੀ ਹੈ, ਜਿਹੜੇ ਕਾਫੀ ਇੰਟਰਸਟ ਵੀ ਰੱਖਦੇ ਆ ਔਰ ਕਾਫੀ ਇਹਨਾਂ ਦੀ ਪਕੜ ਵੀ ਹੈ ਇਸ ਤਰ੍ਹਾਂ ਦੇ ਵਿਸ਼ਿਆਂ ਦੇ ਉੱਪਰ। ਉਹਨਾਂ ਦੇ ਨਾਲ ਅਸੀਂ ਖਾਸ ਗੱਲ ਕਰਨੀ ਹੈ। ਭੁਪਿੰਦਰ ਜੀ, ਬਹੁਤ-ਬਹੁਤ ਸਵਾਗਤ ਤੁਹਾਡਾ ਪਹਿਲਾਂ ਤਾਂ ਹਰਜਿੰਦਰ ਗਿੱਲ ਸ਼ੋਅ ਦੇ ਵਿੱਚ। ਅਜਿੰਦਰ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿਹੜੇ ਵੀ ਸੁਣ ਰਹੇ ਹੈਗੇ, ਐਂਡ ਥੈਂਕ ਯੂ ਵੈਰੀ ਮਚ। ਪਰ ਮੈਂ ਜਿਹੜੀ ਗੱਲ ਕੀਤੀ ਹੈ ਕਿ ਪੰਜਾਬੀ ਦੇ ਵਿੱਚ ਇਜ਼ਰਾਈਲ ਵਰਸਸ ਪੈਲਸਤੀਨ ਕਹਿ ਲਈਏ ਜਾਂ ਫਿਲਿਸਤੀਨ ਕਹਿ ਲਈਏ, ਇਸ ਵਿਸ਼ੇ ਨੂੰ ਇਸ ਵੇਲੇ ਜਿਹੜੀ ਲੜਾਈ ਇੱਕ ਚੱਲ ਰਹੀ ਹੈ, ਜੋ ਇੱਕ ਝਗੜਾ ਚੱਲ ਰਿਹਾ, ਇਹਦੇ ਬਾਰੇ 'ਚ ਲੋਕ ਬੜੇ ਇੰਟਰਸਟ ਨਾਲ ਜਾਂ ਬੜੀ ਕਿਉਰਿਓਸਿਟੀ ਦੇ ਨਾਲ ਜਾਣਨਾ ਚਾਹੁੰਦੇ ਹੋਣਗੇ। ਬੇਸ਼ੱਕ ਇਹ ਬੜੀ ਮੰਦਭਾਗੀ ਗੱਲ ਹੈ ਕਿ ਸਾਨੂੰ ਇਸ ਲੈਵਲ ਦੇ ਉੱਪਰ ਜਿਹੜਾ ਇਸ ਵੇਲੇ ਇੱਕ ਦੂਸਰੇ ਦੇ ਕਤਲੋ-ਗਾਰਤ ਹੋ ਰਹੀ ਹੈ, ਇੱਕ ਦੂਜੇ ਦੀ ਮਾਰ-ਧਾੜ ਹੋ ਰਹੀ ਹੈ, ਇੱਕ ਦੂਸਰੇ ਨਾਲ ਲੜਾਈ ਹੋ ਰਹੀ ਹੈ ਦੇਸ਼ਾਂ ਦੀ, ਔਰ ਪੂਰੀ ਜਿਹੜੀ ਇਕੋਨਮੀ ਹੈ, ਗਲੋਬਲ ਇਕੋਨਮੀ, ਉਹਦੇ ਉੱਪਰ ਕਿਸੇ ਨਾ ਕਿਸੇ ਰੂਪ 'ਚ ਜਦੋਂ ਇਸ ਤਰ੍ਹਾਂ ਦੇ ਝਗੜੇ ਹੁੰਦੇ ਨੇ, ਔਰ ਇਹ ਦੋਨੋਂ ਕੰਟਰੀਜ਼ ਤਾਂ ਬੜੇ ਲੰਬੇ ਸਮੇਂ ਤੋਂ ਕਹਿ ਲਈਏ ਇਸ ਇੱਕ ਤਰ੍ਹਾਂ ਦਾ ਜੰਗ ਦਾ ਮੈਦਾਨ ਬਣੇ ਹੋਏ ਆ। ਬੇਸ਼ੱਕ ਉਹਦੇ ਵਿੱਚ ਕਿਸੇ ਦਾ ਫਾਇਦਾ ਹੋ ਰਿਹਾ, ਕਿਸੇ ਦਾ ਨੁਕਸਾਨ ਹੋ ਰਿਹਾ। ਮੈਂ ਜਾਣਨਾ ਚਾਹਾਂਗਾ, ਜੇ ਆਪਾਂ ਇਹਨੂੰ 3-4 ਡਿਫਰੈਂਟ ਲੇਅਰਸ ਦੇ ਵਿੱਚ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਾਂਗੇ। ਬੇਸ਼ੱਕ ਸਮਾਂ ਕਈ ਵਾਰੀ ਲਿਮਿਟਡ ਹੁੰਦਾ, ਪਰ ਐਜ਼ ਏ ਲੇਮੈਨ ਜੇਕਰ ਆਪਾਂ ਜਾਣਨਾ ਚਾਹੀਏ, ਪਹਿਲਾਂ ਕਦੋਂ ਤੋਂ ਸ਼ੁਰੂ ਹੋਇਆ ਸਾਰਾ ਜਿਹੜਾ ਇਤਿਹਾਸ ਹੈ, ਹਿਸਟਰੀ ਦੀ ਜੇ ਗੱਲ ਕਰੀਏ, ਇਹ ਕਿੱਥੋਂ ਗੱਲ ਸ਼ੁਰੂ ਹੋ ਕੇ ਅੱਜ ਤੱਕ ਪਹੁੰਚੀ ਹੈ? ਹਰਜਿੰਦਰ ਜੀ, ਇਹ ਕਹਾਣੀ ਜਿਹੜੀ ਫਿਲਸਤੀਨ ਤੇ ਆਪਣੀ ਇਜ਼ਰਾਈਲ ਦੀ ਚੱਲ ਰਹੀ ਹੈ, ਕੋਈ 100 ਸਾਲ ਪੁਰਾਣੀ ਕਹਾਣੀ ਹੈਗੀ। ਇਹਦੇ ਵਿੱਚ ਤੁਸੀਂ ਕਹਿ ਲਓ ਕਿ 1920 ਤੇ 1940 ਦੇ ਵਿੱਚ ਜਦੋਂ ਇਹ ਇੱਕ ਆਟੋਮਨ ਇੰਪਾਇਰ ਹੁੰਦੀ ਸੀ ਵਰਲਡ ਵਾਰ 1 ਦੇ ਵਿੱਚ, ਜਿਹਨੂੰ ਬ੍ਰਿਟੇਨ ਨੇ ਹਰਾ ਕੇ ਤੇ ਬਰਤਾਨੀਆ ਸਰਕਾਰ ਨੇ ਉੱਥੇ ਆਪਣਾ ਕਬਜ਼ਾ ਕੀਤਾ। ਉਹਦੇ ਬਾਅਦ ਉਸ ਟਾਈਮ ਉੱਥੇ ਫਿਲਿਸਤੀਨ ਜਿਹੜੇ ਸੀ ਇਹ ਮੈਜੋਰਟੀ 'ਚ ਸੀ ਤੇ ਜਿਊਜ਼ ਜਿਹੜੇ ਉੱਥੇ ਮਾਈਨੋਰਿਟੀ ਦੇ ਵਿੱਚ ਰਹਿੰਦੇ ਸੀ। 1947 ਦੇ ਵਿੱਚ ਯੂਨਾਈਟਿਡ ਨੇਸ਼ਨ ਨੇ ਇਹਨਾਂ ਨੂੰ ਸਪਲਿਟ ਕਰਕੇ ਤੇ ਉੱਥੇ ਜੂਇਸ਼ ਤੇ ਅਰਬ ਸਟੇਟ ਬਣਾਉਣ ਦੀ ਇੱਕ ਗੁਜ਼ਾਰਿਸ਼ ਕੀਤੀ ਬ੍ਰਿਟੇਨ ਸਰਕਾਰ ਨੂੰ, ਬਟ ਅਨਫੋਰਚੂਨੇਟਲੀ ਬ੍ਰਿਟੇਨ ਸਰਕਾਰ ਜਿਹੜੀ ਹੈ ਇਹ ਕੰਮ ਕਰ ਨਹੀਂ ਪਾਈ ਤੇ ਉਹਨਾਂ ਬਿਨਾਂ ਕਿਸੇ ਮਤਲਬ ਸੋਲਿਊਸ਼ਨ ਦੇ ਉਹ ਜਗ੍ਹਾ ਛੱਡ ਦਿੱਤੀ। ਤੇ ਉਸ ਟਾਈਮ ਉਹਨਾਂ ਨੇ ਜੈਰੂਸਲਮ ਨੂੰ ਜਿਹੜੀ ਕਿ ਕਾਫੀ ਮਤਲਬ ਤੁਸੀਂ ਕਹਿ ਲਓ ਕਿ ਧਾਰਮਿਕ ਸਥਾਨ ਹੈਗਾ, ਮੁਸਲਿਮਸ ਦਾ ਵੀ, ਕ੍ਰਿਸਚੀਅਨਸ ਦਾ ਵੀ, ਜੂਜ਼ ਦਾ ਵੀ, ਉਹਨਾਂ ਨੂੰ ਕਿਹਾ ਕਿ ਇਹਨੂੰ ਇੱਕ ਰਾਜਧਾਨੀ ਬਣਾ ਦਿੰਦੇ ਆ। ਤੇ ਬਟ ਇਹ ਜੂਜ਼ ਨੂੰ ਕਦੇ ਵੀ ਐਕਸੈਪਟ ਨਹੀਂ ਹੋਇਆ ਔਰ ਨਾ ਹੀ ਪੈਲਸਟੀਨ ਨੂੰ, ਤੇ ਉਸ ਟਾਈਮ ਤੋਂ ਹੀ ਇਹ ਝਗੜਾ ਜਿਹੜਾ ਹੈਗਾ ਸ਼ੁਰੂ ਹੋ ਗਿਆ।
ਉਹਦੇ ਬਾਅਦ ਇਜ਼ਰਾਈਲ ਜਿਹੜੀ ਸਟੇਟ ਉੱਥੇ ਬਣ ਕੇ ਆ ਗਈ, ਜਿਹਨੂੰ ਯੂਨਾਈਟਿਡ ਨੇਸ਼ਨ ਦਾ ਬੈਕਅਪ ਸੀ, ਜਿਹਦੇ ਵਿੱਚ ਯੂਐਸ ਨੇ ਕਾਫੀ ਉਸ ਟਾਈਮ ਹੈਲਪ ਕੀਤੀ। ਜਾਰਡਨ ਦਾ ਉਸ ਸਮੇਂ ਵੈਸਟ ਬੈਂਕ ਤੇ ਕਬਜ਼ਾ ਸੀ, ਔਰ ਗਾਜ਼ਾ ਦੇ ਉੱਪਰ ਉਸ ਸਮੇਂ ਇਜਿਪਟ ਦਾ ਕਬਜ਼ਾ ਸੀ। ਤੇ ਇਜ਼ਰਾਈਲ ਹਾਲੀ ਵੀ ਜਿਹੜਾ ਹੈਗਾ ਵੈਸਟ ਬੈਂਕ ਦੇ ਉੱਪਰ ਕਾਬੂ ਪਾ ਕੇ ਰੱਖਿਆ ਹੋਇਆ ਉਹਨੇ ਨੇ, ਬਟ ਗਾਜ਼ਾ ਸਟ੍ਰਿਪ ਤੇ ਇਸ ਟਾਈਮ 2007 ਦੇ ਬਾਅਦ ਹਮਾਸ ਗਰੁੱਪ ਜਿਹੜਾ ਹੈਗਾ ਉਹਨਾਂ ਦਾ ਕਬਜ਼ਾ ਹੈਗਾ। ਰਾਈਟ। ਅੱਛਾ, ਜਦੋਂ ਅਸੀਂ ਧਰਮਾਂ ਦੀ ਗੱਲ ਕਰਦੇ ਹਾਂ ਤਾਂ ਦੁਨੀਆ ਦੇ ਵੱਡੇ ਧਰਮਾਂ ਦੇ ਵਿੱਚੋਂ ਜਾਂ ਜਿੱਥੇ ਫਾਲੋਅਰਸ ਦੇ ਰੂਪ ਦੇ ਵਿੱਚ ਜਾਂ ਫਿਰ ਥਾਵਾਂ ਦੀ ਰੂਪ ਦੇ ਵਿੱਚ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਜੈਰੂਸਲਮ ਦੇ ਵਿੱਚ ਜਿੱਥੇ ਜੂਇਸ਼ ਦੇ ਲਈ, ਕ੍ਰਿਸਚੀਅਨਸ ਦੇ ਲਈ ਤੇ ਮੁਸਲਿਮ ਕਮਿਊਨਿਟੀ ਦੇ ਲਈ ਜਿਹੜਾ ਇੱਕ ਤਰ੍ਹਾਂ ਦਾ ਕਹਿ ਲਈਏ ਕਿ ਬਹੁਤ ਪਾਕ ਤੇ ਪਵਿੱਤਰ ਸਥਾਨ ਦੇ ਰੂਪ ਦੇ ਵਿੱਚ ਉਹਨੂੰ ਦੇਖਿਆ ਜਾਂਦਾ। ਥੋੜਾ ਜਿਹਾ ਇਹਨੂੰ ਹੋਰ ਇਲੈਬੋਰੇਟ ਕਰਨਾ ਚਾਹਾਂਗੇ, ਥੋੜਾ ਦੱਸਣਾ ਚਾਹੋ ਜੈਰੂਸਲਮ ਦੇ ਬਾਰੇ ਚ, ਤਾਂ ਕਿ ਬਾਕੀ ਦੀ ਗੱਲ ਹੋਰ ਬਿਲਡ ਹੋ ਸਕੇ। ਦੇਖੋ, ਜੈਰੂਸਲਮ ਕੋਈ ਬਹੁਤ ਵੱਡੀ ਇੱਕ ਸਿਟੀ ਨਹੀਂ ਹੈਗੀ, ਇਸ ਛੋਟੀ ਸਿਟੀ ਹੈਗੀ ਵੈਸਟ ਬੈਂਕ ਦੀ, ਬਟ ਇੱਥੇ ਕ੍ਰਿਸਚੈਨਿਟੀ ਜਿਹੜੇ ਲੋਕ ਹੈਗੇ ਉਹ ਮੰਨਦੇ ਹੈਗੇ, ਯਿਸੂ ਮਸੀਹ ਜਿਹੜੇ ਹੈਗੇ ਇੱਥੇ ਉਹ ਰਹੇ ਹੈਗੇ, ਇੱਥੇ ਉਹਨਾਂ ਦੀ ਡੈਥ ਹੋਈ ਹੈਗੀ। ਉੱਪਰੋਂ ਮੁਸਲਿਮਸ ਜਿਹੜੇ ਉਹ ਵੀ ਬਿਲੀਵ ਕਰਦੇ, ਉਹਨਾਂ ਦੀ ਇਹ ਥਰਡ ਹੋਲੀਐਸਟ ਸ਼ਰਾਈਨ ਹੈਗੀ ਇੱਥੇ। ਉਹ ਬਿਲੀਵ ਕਰਦੇ ਹੈਗੀ ਪ੍ਰੋਫਿਟ ਮੁਹੰਮਦ ਜਿਹੜੇ ਇੱਥੋਂ ਹੀ ਜਿਹੜੇ ਕਹਿੰਦੇ ਆ ਕਿ ਹੈਵਨ ਨੂੰ ਗਏ ਹੈਗੇ, ਸਵਰਗ 'ਚ ਗਏ ਸੀ। ਉਹਦੇ ਬਾਅਦ ਜੂਸ ਜਿਹੜੇ ਹੈਗੇ ਉਹਨਾਂ ਲਈ ਵੀ ਇੱਥੇ ਜਿਹੜਾ ਉਹਨਾਂ ਦਾ ਟੈਂਪਲ ਆਫ ਡੋਮ ਜਿਹਨੂੰ ਕਹਿੰਦੇ ਆ ਉਹ ਹੈਗਾ। ਇਹਦਾ ਵੀ ਇੱਕ ਬੜਾ ਇੰਟਰਸਟਿੰਗ ਕਹਿ ਲਓ ਕਿ ਇੰਡੀਆ ਦੇ ਨਾਲ ਵੀ ਇਹਦਾ ਕਨੈਕਸ਼ਨ ਹੈਗਾ ਕਿ ਲਗਭਗ 13ਵੀਂ ਸ਼ਤਾਬਦੀ ਦੇ ਵਿੱਚ, ਲਗਭਗ ਅੱਜ ਤੋਂ 800 ਸਾਲ ਪਹਿਲੇ ਬਾਬਾ ਫਰੀਦ ਵੀ ਇੱਥੇ ਕੋਈ 3-4 ਸਾਲ ਰਹੇ ਤੇ ਇੱਥੇ ਉਹਨਾਂ ਨੇ ਆਪਣਾ ਧਿਆਨ ਕੀਤਾ ਹੈਗਾ। ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਸ਼ਰਧਾਲੂ ਹੈਗੇ ਇੰਡੀਆ ਤੋਂ ਵੀ ਜਿਹੜੇ ਜੈਰੂਸਲਮ ਦੇ ਵਿੱਚ ਜਾਂਦੇ ਹੈਗੇ। ਅੱਛਾ, ਵੈਰੀ ਗੁੱਡ, ਵੈਰੀ ਇੰਟਰਸਟਿੰਗ। ਸੋ ਦੋਸਤੋ, ਇਹ ਜਿਹੜੀ ਖਾਸ ਗੱਲਬਾਤ ਜਿੱਥੇ ਦੱਸੀ ਇਹਨਾਂ ਨੇ ਕਿ ਬਾਬਾ ਫਰੀਦ ਦਾ ਵੀ ਜੈਰੂਸਲਮ ਦੇ ਨਾਲ ਸੰਬੰਧ ਹੈ, ਸ਼ਾਇਦ ਮੇਰੇ ਲਈ ਤੇ ਪਹਿਲੀ ਵਾਰ ਅੱਜ ਸੁਣੀ ਹੈ ਗੱਲ ਭੁਪਿੰਦਰ ਜੀ। ਸੋ ਬਹੁਤ ਸਾਰੇ ਸਾਡੇ ਸਰੋਤਿਆਂ ਨੂੰ ਵੀ ਸ਼ਾਇਦ ਇਹ ਇਨਫੋਰਮੇਸ਼ਨ ਅੱਜ ਪਹਿਲੀ ਵਾਰ ਮਿਲੀ ਹੋਣੀ ਹੈ। ਅੱਛਾ, ਜੇ ਨਾਲ ਹੁਣ ਅਸੀਂ ਸਿਟੀਜ਼ ਦਾ ਗੱਲ ਕਰੀਏ ਜਿੱਥੇ ਬਹੁਤ ਇੰਪੋਰਟੈਂਟਲੀ ਜਦੋਂ ਅਸੀਂ ਇਜ਼ਰਾਈਲ ਨੂੰ ਜਾਂ ਫਿਲਿਸਤੀਨ ਨੂੰ ਵੰਡਦੇ ਹਾਂ, ਦੇਖਦੇ ਹਾਂ, ਤਾਂ ਉਹਦੇ ਵਿੱਚ ਜਿਹੜੇ 3-4 ਮੇਜਰ ਨਾਮ ਆਉਂਦੇ ਆ, ਜਿੱਥੇ ਜੈਰੂਸਲਮ ਦੀ ਗੱਲ ਆ ਗਈ, ਵੈਸਟ ਬੈਂਕ ਦੀ ਗੱਲ ਆ ਗਈ, ਗਾਜ਼ਾ ਪੱਟੀ ਦਾ ਜ਼ਿਕਰ ਆਉਂਦਾ ਹੈ। ਇਹਨੂੰ ਥੋੜਾ ਜਿਹਾ ਇਲੈਬੋਰੇਟ ਕਰਨਾ ਚਾਹੋ, ਇਹਨਾਂ ਸਾਰੇ ਮੇਜਰ ਨੇਮ ਜਿਹੜੇ ਨੇ ਜਾਂ ਸਿਟੀਜ਼ ਨੇ, ਫਿਰ ਉਸ ਤੋਂ ਬਾਅਦ ਅਗਲੀ ਗੱਲ ਨੂੰ ਤੋਰਦੇ ਹਾਂ। ਦੇਖੋ, ਜਿਹੜੇ ਬੇਸਿਕਲੀ ਤੁਸੀਂ ਅਗਰ ਇਹਦਾ ਮੈਪ ਕਦੀ ਦੇਖ ਸਕੋ ਆਪਣਾ ਇਜ਼ਰਾਈਲ ਦਾ, ਤੇ ਵੈਸਟ ਬੈਂਕ ਤੇ ਇਜ਼ਰਾਈਲ, ਜੈਰੂਸਲਮ, ਲਾਰਡ, ਸਿਦਰੋਤ, ਬੀਰ ਸ਼ੇਬਾ, ਇਹਨਾਂ ਸਾਰਿਆਂ ਦੇ ਵਿੱਚ ਫਿਲਿਸਤੀਨੀ ਤੇ ਜੂਸ ਜਿਹੜੇ ਇਕੱਠੇ ਰਹਿੰਦੇ ਹੈਗੇ, ਇੱਕ ਗਾਜ਼ਾ ਸਟ੍ਰਿਪ ਨੂੰ ਛੱਡ ਕੇ ਜਿੱਥੇ ਹਮਾਸ ਦਾ ਕੰਟਰੋਲ ਹੈਗਾ। ਤੇ ਈਵਨ ਤੁਸੀਂ ਕਹਿ ਲਓ ਕਿ ਤੇਲ ਅਵੀਵ ਜਿਹੜੀ ਕਿ ਹੁਣ ਕੈਪੀਟਲ ਸੀ ਆਪਣੀ ਇਜ਼ਰਾਈਲ ਦੀ, ਇੱਥੇ ਵੀ ਫਿਲਿਸਤੀਨੀ ਜਿਹੜੀ ਮਾਈਨੋਰਿਟੀ ਪੋਪੂਲੇਸ਼ਨ ਉੱਥੇ ਰਹਿੰਦੀ ਹੈਗੀ। ਬਟ ਜਿਹੜੇ ਹਾਰਡਲਾਈਨਰ ਗਰੁੱਪ ਜਿਹੜੇ ਹੈਗੇ ਪੈਲਸਤੀਨ ਗੌਰਮੈਂਟ ਦੇ ਕਹਿ ਲਓ ਜਾਂ ਫਿਲਿਸਤੀਨੀ ਗਰੁੱਪ ਹੈਗੇ, ਇਹਨਾਂ ਨੇ ਗਾਜ਼ਾ ਨੂੰ ਜਿਹੜਾ ਇੱਕ ਸੈਪਰੇਟ ਕਰਕੇ ਰੱਖਿਆ ਹੋਇਆ, ਔਰ ਉੱਥੇ ਇਹਨਾਂ ਦੀ ਐਕਟੀਵਿਟੀਜ਼ ਚੱਲਦੀਆਂ ਹੈਗੀਆਂ। ਰਾਈਟ। ਸੋ ਦੋਸਤੋ, ਇੱਕ ਵਾਰੀ ਫਿਰ ਦੱਸ ਦਿੰਦੇ ਹਾਂ, ਹਰਜਿੰਦਰ ਗਿੱਲ ਸ਼ੋਅ ਦੇ ਵਿੱਚ ਸਾਡੀ ਖਾਸ ਪੇਸ਼ਕਸ਼, ਜਿਹਦੇ ਵਿੱਚ ਅਸੀਂ ਇਜ਼ਰਾਈਲ ਤੇ ਪੈਲਸਤੀਨ ਦੀ ਇਸ ਵੇਲੇ ਜੋ ਸਿਚੁਏਸ਼ਨ ਹੈ ਉਹਦੇ ਬਾਰੇ 'ਚ ਗੱਲ ਕਰਦੇ ਹੋਏ ਥੋੜਾ ਜਿਹਾ ਇਤਿਹਾਸਕ ਪਿਛੋਕੜ ਦੇ ਬਾਰੇ 'ਚ ਗੱਲ ਕੀਤੀ। ਤੇ ਹੁਣ ਭੁਪਿੰਦਰ ਜੀ, ਆਪਾਂ ਥੋੜਾ ਹੁਣ ਅਗਲੇ ਜਿਹੜੇ, ਅੱਛਾ, ਇਹਦੇ 'ਚ ਇੱਕ ਹੋਰ ਨਾਮ ਜਿਹੜਾ ਬੜਾ ਜੁੜਦਾ ਜਦੋਂ ਅਸੀਂ ਗੱਲ ਕਰਦੇ ਹਾਂ, ਜਿੱਥੇ ਇਜ਼ਰਾਈਲ ਦੀ ਆਪਣੀ ਇੱਕ ਬਹੁਤ ਵੱਡੀ ਮਿਲਟਰੀ ਪਾਵਰ ਦੇ ਰੂਪ ਦੇ ਵਿੱਚ ਉਹਨੂੰ ਦੇਖਿਆ ਜਾਂਦਾ ਹੈ। ਟੈਕਨੋਲੋਜੀ ਪੱਖੋਂ ਇਜ਼ਰਾਈਲ ਦਾ ਜਿਹੜਾ ਨਾਮ ਦੁਨੀਆ ਭਰ ਦੇ ਵਿੱਚ, ਚਾਹੇ ਉਹ ਮੈਡੀਕਲ ਸਾਈਡ ਤੋਂ ਹੈ, ਚਾਹੇ ਉਹ ਸਾਇੰਸ ਜਾਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ, ਤਾਂ ਉਹ ਬੜਾ ਇੰਪੋਰਟੈਂਟਲੀ ਇਜ਼ਰਾਈਲ ਰੋਲ ਨਿਭਾਉਂਦਾ ਹੈ। ਪਰ ਨਾਲ ਦੀ ਨਾਲ ਜਿਹੜੀ ਉਹਨਾਂ ਦੀ ਜਿਹੜੇ ਝਗੜੇ ਦੇ ਵਿੱਚ ਇੱਕ ਨਾਮ ਆਉਂਦਾ ਹੈ ਹਮਾਸ ਗਰੁੱਪ ਦਾ, ਥੋੜਾ ਉਹਨੂੰ ਇਲੈਬੋਰੇਟ ਕਰਨਾ ਚਾਹੋ, ਤੇ ਨਾਲ ਥੋੜਾ ਜਿਹੜਾ ਇਹਨਾਂ ਦਾ ਟੈਕਨੀਕਲ ਐਂਡ ਟੈਕਨੋਲੋਜੀ ਤੇ ਨਾਲ ਦੀ ਨਾਲ ਸਾਇੰਸ ਵਾਲਾ ਪੱਖ ਹੈ ਇਜ਼ਰਾਈਲ ਦਾ, ਇਹਨਾਂ ਦੋਨਾਂ ਦਾ ਜ਼ਿਕਰ ਕਰੋ। ਜੀ, ਹਮਾਸ ਗਰੁੱਪ ਜਿਹੜਾ ਹੈਗਾ ਇਹ 1987 ਦੇ ਵਿੱਚ ਬਣਿਆ ਸੀ। ਹਮਾਸ ਬੇਸਿਕਲੀ ਇੱਕ ਅਰੇਬਿਕ ਵਰਡ ਹੈਗਾ, ਜਿਹਦਾ ਮਤਲਬ ਹੈਗਾ ਕਿ ਇਸਲਾਮਿਕ ਰੈਜ਼ਿਸਟੈਂਸ ਮੂਵਮੈਂਟ, ਜਿਹੜੀ ਕਿ ਇਜ਼ਰਾਈਲ ਦੇ ਅਗੇਂਸਟ ਉਹ ਚਲਾਉਂਦੇ ਹੈਗੇ। ਇਹਨਾਂ ਦੇ ਦੋ ਕੰਮ ਹੈਗੇ, ਇੱਕ ਤੇ ਮਿਲੀਟਰੀਲੀ ਰੈਜ਼ਿਸਟ ਕਰਨਾ ਇਜ਼ਰਾਈਲ ਨੂੰ, ਔਰ ਦੂਸਰਾ ਵੈਲਫੇਅਰ ਦੇ ਕੰਮ ਜਿਹੜੇ ਲੋਕਾਂ ਲਈ ਚਲਾਉਣਾ ਡਿਊਰਿੰਗ ਦਾ ਵਾਰ ਐਂਡ ਡਿਊਰਿੰਗ ਦਾ ਪੀਸ ਟਾਈਮ। ਔਰ ਇਹਨਾਂ ਦਾ ਕਾਫੀ ਮੇਜਰ ਰੋਲ ਫਿਲਿਸਤੀਨ ਦੀ ਪੋਲਿਟਿਕਸ ਦੇ ਵਿੱਚ ਵੀ ਰਿਹਾ ਹੈਗਾ। ਤੇ ਇਹ ਗਰੁੱਪ ਜਿਹੜਾ ਹੈਗਾ ਯੂਨਾਈਟਿਡ ਨੇਸ਼ਨ ਤੇ ਕਾਫੀ ਕੰਟਰੀਜ਼ ਜਿੱਦਾਂ US ਕਹਿ ਲਓ ਜਾਂ UK, ਉਹਨਾਂ ਦੀ ਤਰਫੋਂ ਇਹਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਦੇ ਤੌਰ ਤੇ ਦੇਖਿਆ ਜਾਂਦਾ, ਤੇ ਇਹਦੇ ਤੇ ਬੈਨ ਲੱਗਿਆ ਹੋਇਆ। ਤੁਸੀਂ ਦੇਖੋ ਕਿ ਗਾਜ਼ਾ ਸਟ੍ਰਿਪ ਦੇ ਉੱਪਰ ਇਹਨਾਂ ਦਾ ਕੰਟਰੋਲ ਹੈਗਾ, ਤਾਂ ਕਰਕੇ ਇਜ਼ਰਾਈਲ ਤੇ ਇਜਿਪਟ ਗਾਜ਼ਾ ਸਟ੍ਰਿਪ ਨੂੰ ਸਟ੍ਰਿਕਟਲੀ ਕੰਟਰੋਲ ਕਰਦੇ ਆ ਕਿ ਤਾਂ ਕਿ ਇਹਨਾਂ ਨੂੰ ਕੋਈ ਵੈਪਨ ਜਾਂ ਕਿਸੇ ਤਰ੍ਹਾਂ ਦੀ ਮਾਲੀ ਮਦਦ ਜਿਹੜੀ ਬਾਹਰੋਂ ਨਾ ਮਿਲ ਸਕੇ। ਓਕੇ, ਰਾਈਟ।
ਅੱਛਾ, ਇੱਥੇ ਜਿਹੜਾ ਤੁਸੀਂ ਦੱਸਿਆ ਕਿ ਜਿਹੜਾ ਇਹਨਾਂ ਦਾ ਆਪਸ ਦੇ ਵਿੱਚ ਤਕਰਾਰ ਚੱਲਦਾ ਰਹਿੰਦਾ, ਇਹ ਪਹਿਲਾਂ ਵੀ ਬੜੀ ਵਾਰ ਇੱਕ ਦੂਸਰੇ ਦੇ ਉੱਤੇ ਹਮਲੇ ਕਰ ਚੁੱਕੇ ਆ ਹਮਾਸ ਗਰੁੱਪ ਵੱਲੋਂ, ਜਿੱਥੇ ਹੁਣ ਅੱਜ ਦੀ ਕੱਲ ਬਿਫੋਰ ਕੇ ਅਸੀਂ ਨੂੰ ਹੁਣ ਇੰਟਰਨੈਸ਼ਨਲ ਪ੍ਰੈਸ਼ਰ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਪਰ ਕੀ ਇਨਵੋਲਵਮੈਂਟ ਉਹਦੀ ਗੱਲ ਕਰੀਏ, ਇੱਕ ਬੜੀ ਟਰਮ ਯੂਜ਼ ਹੋਈ ਪਿਛਲੇ ਦਿਨਾਂ ਦੇ ਵਿੱਚ, ਅਸੀਂ ਸੁਣੀ, ਪੜ੍ਹੀ ਜਾਂ ਦੇਖੀ ਹੋਣੀ ਹੈ, ਉਹ ਹੈ ਆਇਰਨ ਡੋਮ। ਥੋੜਾ ਐਕਸਪਲੇਨ ਕਰਨਾ ਚਾਹੋ ਇਹ ਕੀ ਹੈ? ਆਇਰਨ ਡੋਮ ਬੇਸਿਕਲੀ ਇੱਕ ਸੈਲਫ ਡਿਫੈਂਸ ਸਿਸਟਮ ਹੈਗਾ, ਏਰੀਅਲ ਸੈਲਫ ਡਿਫੈਂਸ ਸਿਸਟਮ, ਜਿਹਨੂੰ ਕਿ ਇਜ਼ਰਾਈਲ ਦੇ ਵਿੱਚ ਹੀ ਡਿਵੈਲਪ ਕੀਤਾ, ਬਟ ਓਬਵੀਅਸਲੀ ਯੂਐਸ ਦੀ ਹੈਲਪ ਨਾਲ ਇਹਨਾਂ ਡਿਵੈਲਪ ਕੀਤਾ ਹੋਇਆ। ਇਹ ਬੇਸਿਕਲੀ ਜਿਹੜੀ ਮਿਸਾਈਲ ਅਗਰ ਕੰਟਰੀਜ਼ ਦੇ ਉੱਪਰ ਆ ਰਹੀ ਇਹਨੂੰ ਇੰਟਰਸੈਪਟ ਕਰਦਾ ਹੈਗਾ ਤੇ ਹਵਾ ਦੇ ਵਿੱਚ ਹੀ ਉਹਨਾਂ ਨੂੰ ਫਿਨਿਸ਼ ਕਰ ਦਿੰਦਾ ਹੈਗਾ। ਔਰ ਇਹਦੀ ਜਿਹੜਾ ਪ੍ਰੈਸੀਸ਼ਨ ਤੁਸੀਂ ਕਹਿ ਲਓ, ਇਹਦੀ ਸ਼ਮਤਾ ਐਕੂਰੇਸੀ ਜਿਹੜੀ ਹੈਗੀ ਉਹ ਲਗਭਗ 94 to 95% ਹੈਗੀ। ਤੁਸੀਂ ਅੰਦਾਜ਼ਾ ਲਗਾਓ ਕਿ 3000 ਤੋਂ ਉੱਪਰ ਰਾਕਟ ਹਮਾਸ ਨੇ ਹਾਲੇ ਤੱਕ ਇਜ਼ਰਾਈਲ ਦੇ ਉੱਪਰ ਚਲਾਏ ਹੈਗੇ, ਤੇ ਉਹਦੇ ਵਿੱਚੋਂ ਤੁਸੀਂ ਕਹਿ ਲਓ ਹੁਣ ਓਨਲੀ 5 to 6% ਹੀ ਜਿਹੜੇ ਆ ਉਹ ਇਜ਼ਰਾਈਲ ਦੇ ਉੱਪਰ ਕਾਰਾਗਾਰ ਤਰੀਕੇ ਨਾਲ ਪੁੱਜ ਸਕੇ ਹੈਗੇ। ਰਾਈਟ। ਅੱਛਾ, ਇਹਦੇ ਲਈ ਦੋਸਤੋ ਇੱਕ ਵਾਰ ਫਿਰ ਦੱਸ ਦਿਓ, ਜਿਵੇਂ ਭੁਪਿੰਦਰ ਜੀ ਨੇ ਵੀ ਗੱਲ ਕੀਤੀ ਹੈ ਕਿ ਇਹ ਜਿਹੜੀ ਟੈਕਨੋਲੋਜੀ ਜਿਸ ਰੂਪ ਦੇ ਵਿੱਚ ਡਿਵੈਲਪ ਕੀਤੀ ਗਈ, ਨਾ ਸਿਰਫ ਇਸ ਨੂੰ ਟੈਕਨੋਲੋਜੀ ਦੇ ਪੱਖੋਂ ਦੁਨੀਆ ਭਰ ਦੇ ਵਿੱਚ ਸਰਚ ਕੀਤਾ ਜਾਂਦਾ ਜਾਂ ਗੱਲ ਕੀਤੀ ਜਾਂਦੀ, ਉੱਥੇ ਇਹਦੀ ਕਾਸਟ ਦਾ ਵੀ ਭੁਪਿੰਦਰ ਜੀ ਬੜਾ ਕਿਹਾ ਜਾਂਦਾ ਕਿ ਬੜਾ ਕਾਸਟਲੀ ਵੀ ਹੈ ਇਹ ਸਿਸਟਮ। ਜੇ ਦੂਸਰੇ ਪਾਸੇ ਹਮਾਸ ਗਰੁੱਪ ਜਿਹੜਾ ਕਹਿ ਲਈਏ ਕਿ ਰਫਲੀ ਜਿੰਨਾ ਕੁ ਮੈਂ ਸਟੱਡੀ ਕਰ ਰਿਹਾ ਸੀ ਕਿ $1000 ਦਾ ਇੱਕ ਰਾਕਟ ਲਾਂਚ ਕਰ ਦਿੰਦੇ ਆ, ਤਾਂ ਉਹਨੂੰ ਡਿਫਿਊਜ਼ ਕਰਨ ਦੇ ਲਈ ਕਿੰਨਾ ਕੁ ਖਰਚਾ ਆ ਜਾਂਦਾ ਹੈ ਇਜ਼ਰਾਈਲ ਦਾ? ਜਦੋਂ ਆਇਰਨ ਡੋਮ ਯੂਜ਼ ਹੁੰਦਾ, ਉਹਦੀ ਪ੍ਰੈਕਟੀਕੈਲਿਟੀਜ਼ ਜਦੋਂ ਕੰਮ ਕਰਦੀਆਂ, $1000 ਦੇ ਕੀਤੇ ਹੋਏ ਹਮਲੇ ਨੂੰ ਡਿਫੈਂਡ ਕਰਨ ਦੇ ਲਈ ਇਜ਼ਰਾਈਲ ਦੀ ਕਾਸਟ ਕਿੰਨੀ ਕੁ ਆਉਂਦੀ ਹੈ? ਹਰਜਿੰਦਰ ਜੀ, ਦੇਖੋ ਡਿਫੈਂਸ ਦੀ ਤੇ ਕੋਈ ਕਾਸਟ ਨਹੀਂ ਹੁੰਦੀ। ਬੇਸਿਕਲੀ ਜਿਹੜਾ ਇਹ ਸਿਸਟਮ ਹੈਗਾ ਇਹ ਇਕੱਲਾ ਕੰਮ ਨਹੀਂ ਕਰਦਾ, ਇਹਦੇ ਨਾਲ 2-3 ਸਿਸਟਮ ਹੋਰ ਮਿਲ ਕੇ ਇਹ GPS ਦੇ ਨਾਲ ਕਨਫਿਗਰ ਕਰਕੇ ਇਹ ਕੰਮ ਕਰਦਾ ਹੈਗਾ। ਤੇ ਡਿਫੈਂਸ ਦੀ ਤੇ ਕੋਈ ਕਾਸਟ ਨਹੀਂ ਹੁੰਦੀ, ਮਤਲਬ ਜਾਨ ਦੀ ਕੀ ਕਾਸਟ ਹੈਗੀ ਤੁਸੀਂ ਲਗਾਓ। ਤੇ ਰਾਈਟ। ਅੱਜ ਰੀਸੈਂਟਲੀ ਤੁਸੀਂ ਲੇਟੈਸਟ ਵੀ ਦੇਖੋਗੇ ਤਾਂ ਯੂਐਸ ਨੇ ਤਕਰੀਬਨ ਮੋਰ ਦੈਨ 700 ਮਿਲੀਅਨ ਦਾ ਹੋਰ ਆਰਮਸ ਐਂਡ ਐਮਨੀਸ਼ਨ ਜਿਹੜਾ ਹੈਗਾ ਇਜ਼ਰਾਈਲ ਨੂੰ ਆਫਰ ਕੀ ਉਹਨਾਂ ਨੇ ਪਹੁੰਚਾ ਦਿੱਤਾ ਹੈਗਾ। ਤੇ ਉਹਦੇ ਵਿੱਚ ਇਹ ਸਿਸਟਮ ਜਿਹੜੇ ਸੈਲਫ ਡਿਫੈਂਸ ਲਈ ਜ਼ਰੂਰੀ ਹੈਗੇ ਉਹ ਅਵੇਲੇਬਲ ਹੈਗੇ। ਅੱਛਾ, ਇਹਦੇ ਚ ਮੈਂ ਵੈਸੇ ਥੋੜਾ ਜਿਹਾ ਐਡ ਆਨ ਕਰ ਦਿੰਦਾ, ਹੋ ਸਕਦਾ ਇਹ ਨੰਬਰਸ ਜਿਹੜੇ ਨੇ ਪਲੱਸ ਮਾਈਨਸ ਹੋ ਸਕਦੇ ਨੇ, ਪਰ ਜਿਵੇਂ ਮੈਂ ਗੱਲ ਕੀਤੀ ਕਿ ਰਫਲੀ ਜਿਹੜਾ ਐਸਟੀਮੇਟ ਦੇਖਿਆ ਜਾਂਦਾ ਕਿ ਜਿਹੜਾ ਹਮਾਸ ਗਰੁੱਪ ਵੱਲੋਂ ਇੱਕ ਰਾਕਟ ਲਾਂਚ ਕੀਤਾ ਜਾਂਦਾ ਤੇ ਜਿਹਦੀ ਕੀਮਤ ਰਫਲੀ ਕਿਹਾ ਜਾਂਦਾ ਕਿ $1000 ਕਾਸਟ ਪੈਂਦੀ ਹੈ ਉਹਨਾਂ ਨੂੰ, ਪਰ ਉਹਨੂੰ ਡਿਫੈਂਡ ਕਰਨ ਦੇ ਲਈ ਮੈਂ ਪੜ੍ਹ ਰਿਹਾ ਸੀ ਕਿ 50 ਤੋਂ ਲੈ ਕੇ 70,000 $80,000 ਤੱਕ ਦੀ ਕਾਸਟ ਆ ਜਾਂਦੀ ਹੈ ਇਜ਼ਰਾਈਲ ਵਾਲੀ ਸਾਈਡ ਤੋਂ, ਜਦੋਂ ਉਹਨੂੰ ਇੰਟਰਸੈਕਟ ਕਰਨ ਦੇ ਲਈ ਜਿਹੜੇ ਸਿਸਟਮ ਦਾ ਭੁਪਿੰਦਰ ਜੀ ਵੀ ਜ਼ਿਕਰ ਕਰ ਰਹੇ ਇਸਤੇਮਾਲ ਕੀਤਾ ਜਾਂਦਾ। ਸੋ ਖੈਰ, ਇਹਨੂੰ ਹੁਣ ਸਰ ਥੋੜਾ ਜਿਹਾ ਹੋਰ ਅਗਲੇ ਸਟੈਪ ਤੇ ਲੈ ਕੇ ਚੱਲਦੇ ਹਾਂ, ਜਿੱਥੇ ਇਹਨੂੰ ਜਦੋਂ ਆਪਾਂ ਦੇਖਦੇ ਹਾਂ ਕਿ ਇਹ ਜਿਹੜਾ ਓਵਰਆਲ ਝਗੜੇ ਦੀ ਜੜ ਜਿਹੜੀ ਹੈ, ਕੀ ਮੰਨਦੇ ਹੋ ਕਿ ਇਹ ਵਿਦਨ ਥੀਸ ਟੂ ਕੰਟਰੀਜ਼ ਜਾਂ ਵਿਦਨ ਥੀਸ ਟੂ ਕਮਿਊਨਿਟੀਜ਼ ਹੀ ਹੈ, ਜਾਂ ਇਹਦੀ ਅਸਲ ਪਵਾੜੇ ਦੀ ਜੜ ਕਿਤੇ ਹੋਰ ਹੈ? ਹਰਜਿੰਦਰ ਜੀ, ਦੇਖੋ ਕੋਈ ਵੀ ਜਿਹੜੀ ਘਟਨਾ ਹੁੰਦੀ ਹੈ ਉਹ ਅਚਾਨਕ ਨਹੀਂ ਹੁੰਦੀ, ਛੋਟੀ ਛੋਟੀ ਘਟਨਾਵਾਂ ਨੂੰ ਮਿਲ ਕੇ ਹੀ ਵੱਡੀ ਦੁਰਘਟਨਾ ਬਣਦੀ ਹੈ। ਇਹ ਜਿਹੜਾ ਸੈਂਟੀਮੈਂਟਸ ਜਿਹੜੇ ਫਿਲਿਸਤੀਨ ਦੇ ਅਗੇਂਸਟ ਇਜ਼ਰਾਈਲ ਇਹ ਉਦੋਂ ਹੀ ਸਟਾਰਟ ਹੋ ਗਏ ਸੀ ਜਦੋਂ ਯੂਐਸ ਨੇ ਜਰੂਸਲਮ ਨੂੰ ਉਹਨਾਂ ਦੀ ਰਾਜਧਾਨੀ ਨੂੰ ਮਾਨਿਅਤਾ ਦਿੱਤੀ ਸੀ। ਉਹਨਾਂ ਕਿਹਾ ਸੀ ਕਿ ਅਸੀਂ ਆਪਣੀ ਯੂਐਸ ਅੰਬੈਸੀ ਨੂੰ ਵੀ ਉੱਥੇ ਸ਼ਿਫਟ ਕਰਾਂਗੇ। ਤੇ ਉਦੋਂ ਤੋਂ ਹੀ ਇੱਕ ਰਿਜ਼ੈਨਮੈਂਟ ਜਿਹੜੀ ਹੈਗੀ ਉਹ ਸਟਾਰਟ ਹੋ ਗਈ। ਉਹਦੇ ਬਾਅਦ ਕਾਫੀ ਇੰਟਰਨੈਸ਼ਨਲ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਇਨਸੀਡੈਂਟ ਹੋਏ, ਜਿੱਦਾਂ ਈਰਾਨ ਜਿਹੜਾ ਇੱਕ ਮੇਜਰ ਪਲੇਅਰ ਇਹਦੇ ਵਿੱਚ ਰਿਹਾ ਹੈਗਾ, ਬਿਕੋਜ਼ ਹੁਣ ਉਹ ਉਹਦੇ ਉੱਪਰ ਕਾਫੀ ਸੈਂਕਸ਼ਨਸ ਲੱਗੀਆਂ ਹੈਗੀਆਂ, ਬਟ ਉਹਨਾਂ ਦੀ ਕੁਝ ਕਮਿਟਮੈਂਟ ਤੁਸੀਂ ਇੱਦਾਂ ਦੀ ਕਹਿ ਲਓ ਕਿ ਇਜ਼ਰਾਈਲ ਨਾਲ ਉਹਨਾਂ ਦਾ ਡਾਇਰੈਕਟ ਕੀ ਕਹਿੰਦੇ ਆ ਡਾਇਰੈਕਟ ਕਨਫਰੰਟੇਸ਼ਨ ਜਿਹੜੀਆਂ ਹੋਈਆਂ, ਬਿਕੋਜ਼ ਇਜ਼ਰਾਈਲ ਨੇ ਕਾਫੀ ਪਿਛਲੇ 2-3 ਮਹੀਨੇ ਦੇ ਵਿੱਚ ਈਰਾਨ ਦੇ ਉੱਪਰ ਡਾਇਰੈਕਟ ਅਟੈਕ ਕੀਤੇ ਹੈਗੇ। ਉਹਨਾਂ ਦੀ ਜਿਹੜੇ ਨਿਊਕਲੀਅਰ ਪ੍ਰੋਗਰਾਮਸ ਚੱਲ ਰਹੇ ਸੀ, ਤੇ ਈਰਾਨ ਨੇ ਆਪਣਾ ਕਿਸੇ ਨਾ ਕਿਸੇ ਤਰ੍ਹਾਂ ਕੀ ਕਹਿ ਲਓ ਕਿ ਪ੍ਰੋਕਸੀ ਵਾਰ ਦੇ ਥਰੂ ਆਪਣਾ ਜਿਹੜਾ ਹੈਗਾ ਬਦਲਾ ਵੀ ਲਿਆ ਹੈਗਾ। ਤੇ ਉਹਨਾਂ ਨੇ ਹਮਾਸ ਗਰੁੱਪ ਨੂੰ ਆਈ ਥਿੰਕ ਐਮਨੀਸ਼ਨ, ਵੈਪਨਸ ਜਾਂ ਕਿਸੇ ਤਰ੍ਹਾਂ ਦੀ ਸਪੋਰਟ ਦੇ ਕੇ, ਤੇ ਉਹਨਾਂ ਦਾ ਵੀ ਇਹਦੇ ਵਿੱਚ ਮੇਨ ਰੋਲ ਹੈਗਾ। ਅੱਛਾ, ਜਿਹੜੀਆਂ ਹੋਰ ਸਰਾਊਂਡਿੰਗ ਕੰਟਰੀਜ਼ ਦੇ ਵਿੱਚ, ਜੇ ਅਸੀਂ ਇਜ਼ਰਾਈਲ, ਜਾਰਡਨ ਜਾਂ ਸੀਰੀਆ ਜਾਂ ਲਿਬਨਾਨ ਜਾਂ ਸਾਊਦੀ ਜਾਂ ਹੋਰ ਅਰਬ ਕੰਟਰੀਜ਼ ਦਾ ਜੇ ਜ਼ਿਕਰ ਕਰੀਏ ਥੋੜਾ ਜਿਹਾ, ਉਹਨੂੰ ਹੋਰ ਕੀ ਪ੍ਰਭਾਵ ਮੰਨਦੇ ਹੋ, ਕਿਵੇਂ ਦੇਖਦੇ ਨੇ ਬਾਕੀ ਨੇਬਰਿੰਗ ਕੰਟਰੀਜ਼? ਦੇਖੋ ਇਹ ਇੱਕ ਆਮ
ਬੰਦੇ ਲਈ ਤੇ ਇਸ ਲੜਾਈ ਨੂੰ ਇੱਕ ਧਾਰਮਿਕ ਰੰਗ ਦੇ ਸਕਦੇ ਹਾਂ ਕਿ ਇਹ ਮੁਸਲਿਮ ਵਰਸਸ ਜਿਊਜ਼ ਹੈਗੀ ਜਾਂ ਇਦਾਂ ਹੈਗੀ, ਬਟ ਜਿਹੜੀ ਕੰਟਰੀਜ਼ ਦੇ ਵਿੱਚ ਜਿੰਨੇ ਵੀ ਲੀਡਰਸ ਹੈਗੇ ਇਹ ਉਹਨਾਂ ਨੂੰ ਉਸ ਤਰ੍ਹਾਂ ਨਹੀਂ ਦੇਖਦੇ ਹੈਗੇ ਜਿਸ ਤਰ੍ਹਾਂ ਇੱਕ ਆਮ ਬੰਦਾ ਦੇਖਦਾ ਹੈਗਾ। ਬਿਕੋਜ਼ ਇਹ ਜਿਹੜੀ ਪ੍ਰੋਬਲਮ ਹੁਣ ਜਿਹੜੀ ਕ੍ਰੀਏਟ ਹੋਈ ਹੈ, ਬਿਕੋਜ਼ ਇਹਦਾ ਸੋਲੂਸ਼ਨ ਇੰਨੀ ਜਲਦੀ ਮਿਲ ਵੀ ਨਹੀਂ ਸਕਦਾ। ਬਿਕੋਜ਼ ਹਮਾਸ ਜਿਹੜੀ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਹੈ, ਤੇ ਜਿਹੜੀ ਇਹਨਾਂ ਦੀ ਨੇੜੇ ਤੇੜੇ ਜਾਰਡਨ, ਇਜਿਪਟ ਜਾਂ ਕਤਰ ਜਾਂ ਹੋਰ ਜਿਹੜੀ ਕੰਟਰੀਜ਼ ਹੈਗੀ ਇਹ ਵੀ ਟਾਕਸ ਦੇ ਵਿੱਚ ਉਹਨਾਂ ਨੂੰ ਲਿਆ ਨਹੀਂ ਸਕਦੇ, ਬਿਕੋਜ਼ ਇਟ ਇਜ਼ ਬੈਂਡ ਬਾਈ ਦੀ ਯੂਨਾਈਟਿਡ ਨੇਸ਼ਨ। ਤੇ ਜਿਹੜੀ ਵੀ ਕੰਟਰੀ ਯੂਨਾਈਟਿਡ ਨੇਸ਼ਨ ਦੇ ਵਿੱਚ ਹੈਗੀਆਂ ਉਹ ਤੇ ਗੱਲ ਹੀ ਨਹੀਂ ਕਰ ਸਕਦੀਆਂ। ਤੇ ਜਦ ਤੱਕ ਦੋ ਧੜੇ ਗੱਲ ਨਹੀਂ ਕਰਨਗੇ ਤਾਂ ਉਦੋਂ ਤੱਕ ਸੋਲੂਸ਼ਨ ਦਾ ਤੇ ਕੋਈ ਮਸਲਾ ਹੀ ਨਹੀਂ ਹੋ ਸਕਦਾ ਹੈਗਾ। ਰਾਈਟ। ਅੱਛਾ, ਇਹਦੇ ਵਿੱਚ ਇੱਕ ਚੀਜ਼ ਹੋਰ ਜਦੋਂ ਆਪਾਂ ਗੱਲ ਕਰਦੇ ਹਾਂ, ਤੁਸੀਂ ਵੀ 2-3 ਵਾਰ ਜ਼ਿਕਰ ਕੀਤਾ ਕਿ ਹਮਾਸ ਗਰੁੱਪ ਇੱਕ ਟੈਰਰਿਸਟ ਗਰੁੱਪ ਦੀ ਤਰ੍ਹਾਂ ਉਹਨੂੰ ਲਿਆ ਜਾਂਦਾ, ਬਟ ਜਦੋਂ ਅਸੀਂ ਫਿਲਸਤੀਨ ਦੇ ਪੁਆਇੰਟ ਆਫ ਵਿਊ ਤੋਂ ਦੇਖਦੇ ਤਾਂ ਉਹਨਾਂ ਦੇ ਕਹਿਣ ਮੁਤਾਬਕ ਉਹ ਇੱਕ ਰੈਵੋਲੂਸ਼ਨਰੀ ਗਰੁੱਪ ਹੈ, ਜਿਹੜੇ ਫਿਲਸਤੀਨ ਦੀ ਜਾਂ ਉਹਨਾਂ ਲੋਕਾਂ ਦੀ ਰੱਖਿਆ ਦੇ ਲਈ, ਉਹਨਾਂ ਦੇ ਰਾਈਟਸ ਦੇ ਲਈ ਲੜ ਰਹੇ ਨੇ। ਇਹਨੂੰ ਕਿੰਨੀ ਕੁ ਮਾਨਤਾ ਹੈ ਵਰਲਡ ਲੈਵਲ ਤੇ? ਦੇਖੋ, ਤੁਸੀਂ ਅੱਜ ਵੀ ਫੋਰਨ ਮਿਨਿਸਟਰ ਇਜ਼ਰਾਈਲ ਦਾ ਬਿਆਨ ਸੁਣੋਗੇ ਤੇ ਉਹ ਕਹਿ ਰਹੇ ਕਿ ਇਹ ਲੜਾਈ ਤੇ ਇਜ਼ਰਾਈਲ ਫਿਲਿਸਤੀਨ ਦੀ ਹੈ ਹੀ ਨਹੀਂ, ਇਹ ਲੜਾਈ ਤੇ ਇਜ਼ਰਾਈਲ ਤੇ ਹਮਾਸ ਗਰੁੱਪ ਦੇ ਵਿੱਚ ਚੱਲ ਰਹੀ ਹੈਗੀ। ਬਿਕੋਜ਼ ਅੱਛਾ। ਹਮਾਸ ਪਿਛਲੇ 2007 ਦੇ ਬਾਅਦ ਥੋੜਾ ਇੰਨਾ ਪਾਵਰਫੁਲ ਹੋ ਗਿਆ ਹੈਗਾ ਕਿ ਉਹਨਾਂ ਦੇ ਜਿਹੜਾ ਵੀ ਸਟਰਕਚਰ ਹੈਗੇ ਉਹਨਾਂ ਨੂੰ ਡਿਸਮੈਂਟਲ ਕਰਨਾ ਬਹੁਤ ਜ਼ਰੂਰੀ ਹੈਗਾ। ਹੂੰ। ਤੇ ਉਸ ਤਰੀਕੇ ਨਾਲ ਉਹ ਦੇਖ ਰਹੇ ਹੈਗੇ, ਬਿਕੋਜ਼ ਫਿਲਿਸਤੀਨ ਪੋਪੂਲੇਸ਼ਨ ਜਿਹੜੀ, ਈਵਨ ਤੁਸੀਂ ਦੇਖੋ ਕਿ ਜਿਹੜੇ ਹਮਲੇ ਇਸ ਟਾਈਮ ਇਜ਼ਰਾਈਲ 에ਅਰ ਸਟ੍ਰਾਈਕ ਵਗੈਰਾ ਵੀ ਕਰ ਰਿਹਾ ਹੈਗਾ ਗਾਜ਼ਾ ਸਟ੍ਰਿਪ ਦੇ ਉੱਪਰ, ਤੇ ਉਹ ਲੋਕਾਂ ਨੂੰ ਪਹਿਲੇ ਫੋਨ ਕਰਕੇ ਇਨਫੋਰਮ ਕਰ ਰਿਹਾ ਹੈਗਾ ਕਿ ਫਲਾਨੀ ਬਿਲਡਿੰਗ ਤੇ ਅਸੀਂ ਹਮਲਾ ਕਰਨਾ, ਬਿਲਡਿੰਗ ਇਵੈਕੂਏਟ ਕਰ ਦਿਓ। ਅੱਛਾ, ਇਹ ਪੁਆਇੰਟ ਬੜਾ ਇੰਪੋਰਟੈਂਟ ਤੁਸੀਂ ਰੇਜ਼ ਕਰਤਾ ਕਿ ਜਦੋਂ ਆਪਾਂ ਦੇਖਦੇ ਹਾਂ ਕਿ ਹਮਾਸ ਗਰੁੱਪ ਵੱਲੋਂ ਜਦੋਂ ਠੀਕ ਹੈ ਇੰਨੀ ਵੱਡੀ ਗਿਣਤੀ 'ਚ ਹਜ਼ਾਰਾਂ ਦੀ ਗਿਣਤੀ ਵਿੱਚ ਰਾਕੇਟ ਲਾਂਚ ਕੀਤੇ ਗਏ, ਉਹਨਾਂ ਨੇ ਤਾਂ ਉਹਨਾਂ ਨੂੰ ਵੀ ਸ਼ਾਇਦ ਪਤਾ ਸੀ ਕਿ ਇਹਨਾਂ ਨੂੰ ਜਿਹੜਾ 에ਅਰ ਡੋਮ ਆਪਣਾ ਆਇਰਨ ਡੋਮ ਹੈ ਉਹਨੇ ਕੰਟਰੋਲ ਕਰ ਲੈਣਾ ਹੈ, ਬਟ ਉਹਦੇ ਵਿੱਚ ਉਹਨਾਂ ਦੇ ਚਾਂਸਿਸ ਹੋਣਗੇ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨੂੰ ਕਨਫਿਊਜ਼ ਕਰਕੇ ਤਾਂ ਵੱਧ ਤੋਂ ਵੱਧ ਹਮਲਾ ਕਰਕੇ ਵੱਧ ਤੋਂ ਵੱਧ ਨੁਕਸਾਨ ਪਹੁੰਚਾਇਆ ਜਾਵੇ। ਬਟ ਇਜ਼ਰਾਈਲ ਦੀ ਸਾਈਡ ਤੋਂ ਤੁਸੀਂ ਕਿਹਾ ਕਿ ਉਹ ਪਹਿਲਾਂ ਅਵੇਅਰ ਕਰ ਰਹੇ ਨੇ, ਸ਼ਾਇਦ ਇਸੇ ਕਰਕੇ ਜੇ ਜਿੰਨੇ ਵੱਡੇ ਪੱਧਰ ਦੇ ਉੱਪਰ ਕਹਿ ਲਈਏ ਕਿ ਆਪਣੇ ਇੱਥੇ ਸਿਰਫ ਫਿਲਿਸਤੀਨ ਦੇ ਉੱਤੇ ਕੈਜੁਅਲਟੀ ਅਟੈਕ ਕੀਤਾ ਗਿਆ, ਉਹਦੇ 'ਚ ਜਾਂ ਕੈਜੁਅਲਟੀਜ਼ ਦਾ ਨੰਬਰ ਬਹੁਤ ਜ਼ਿਆਦਾ ਹੋਣਾ ਚਾਹੀਦਾ ਸੀ। ਸ਼ਾਇਦ ਇਹੀ ਕਾਰਨ ਹੈ ਤੁਸੀਂ ਕਹਿੰਦੇ ਹੋ ਕਿ ਉਹ ਟਾਰਗੇਟ ਬਣਾ ਕੇ ਔਰ ਅਵੇਅਰ ਕਰਕੇ ਫਿਰ ਉਹਨੂੰ ਸਿਰਫ ਔਰ ਸਿਰਫ ਹਮਲਾ ਕਰਨ ਦਾ ਮਕਸਦ ਉਹਨਾਂ ਦਾ ਡੈਮੇਜ ਕਰਨਾ ਹੈ, ਨਾ ਕਿ ਲੋਕਾਂ ਦਾ ਨੁਕਸਾਨ ਕਰਨਾ। ਦੇਖੋ, ਅਗਰ ਇਜ਼ਰਾਈਲ ਨੂੰ ਯੂਨਾਈਟਿਡ ਨੇਸ਼ਨ ਤੇ ਯੂਐਸ ਦਾ ਬੈਕਅਪ ਚਾਹੀਦਾ ਹੈਗਾ ਤੇ ਇਜ਼ਰਾਈਲ ਨੂੰ ਹਿਊਮਨ ਰਾਈਟਸ ਦੇ ਉੱਪਰ ਬਹੁਤ ਧਿਆਨ ਨਾਲ ਸੋਚਣਾ ਪੈਣਾ। ਇਹ ਪੋਲੀਟੀਕਲ ਲੀਡਰਸ਼ਿਪ ਨੂੰ ਪਤਾ ਹੈਗਾ, ਤਾਂ ਕਰਕੇ ਉਹ ਜਿਹੜੀ ਸਿਵਲ ਕੈਜੁਅਲਟੀ ਉਹਨੂੰ ਘੱਟ ਤੋਂ ਘੱਟ ਕਰਨਾ ਚਾਹੁੰਦੇ ਹੈਗੇ। ਔਰ ਉਲਟਾ ਉਸ ਤਰਫ ਇਹ ਹੋ ਰਿਹਾ ਕਿ ਹਮਾਸ ਗਰੁੱਪ ਜਿਹੜਾ ਹੈਗਾ ਉਹ ਗਾਜ਼ਾ ਸਟ੍ਰਿਪ ਦੇ ਵਿੱਚ ਜਿਹੜੀ ਸਿਵਲ ਪੋਪੂਲੇਸ਼ਨ ਉਹਦੇ ਵਿੱਚ ਮਰਜ ਹੈਗਾ। ਲਾਈਕ ਹੁਣ ਇੱਕ ਬਿਲਡਿੰਗ ਹੈਗੀ ਉਹ ਕੋਈ ਮੀਡੀਆ ਗਰੁੱਪ ਦੀ, ਉਹਦੇ ਵਿੱਚ ਤੁਸੀਂ ਆਪਣਾ ਇੰਟੈਲੀਜੈਂਸ ਦਾ ਜਾਂ ਕੋਈ ਆਫਿਸ ਖੋਲਿਆ ਹੋਇਆ, ਹਾਊ ਵਿਲ ਯੂ ਡਿਸਮੈਂਟਲ ਇਟ? ਉਹ ਤੇ ਫਿਰ ਤੁਸੀਂ ਕਰੋਗੇ ਤੇ ਸਿਵਲ ਕੈਜੁਅਲਟੀ ਵੀ ਹੋਊਗੀ। ਤਾਂ ਵਾਟ ਇਜ਼ਰਾਈਲ ਇਜ਼ ਡੂਇੰਗ, ਉਹ ਪਹਿਲੇ ਇਨਫੋਰਮ ਕਰ ਦਿੰਦਾ ਐਸਐਮਐਸ ਕਰਕੇ, ਫੋਨ ਕਰਕੇ, ਦੈਟ ਇਵੈਕੂਏਟ ਦਿਸ ਬਿਲਡਿੰਗ। ਬਟ ਮੇਨ ਮੁੱਦਾ ਜਿਹੜਾ ਹੈਗਾ ਉਹਨਾਂ ਦੀ ਮਿਲਟਰੀ ਕੈਪੇਬਿਲਿਟੀ ਨੂੰ ਡਿਸਮੈਂਟਲ ਕਰਨਾ। ਰਾਈਟ। ਸੋ ਅੱਛਾ, ਹੁਣ ਅਗਲੇ ਸਟੈਪ ਤੇ ਜੇ ਅਸੀਂ ਚੱਲੀਏ ਸਰ, ਇਸ ਵੇਲੇ ਜੋ ਮਾਹੌਲ ਬਣਿਆ ਹੋਇਆ ਇਹਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਉੱਪਰ, ਜਿੱਥੇ ਅਸੀਂ ਸਰਾਊਂਡਿੰਗ ਕੰਟਰੀਜ਼ ਜਾਂ ਅਰਬ ਕੰਟਰੀਜ਼ ਦਾ ਤਾਂ ਜ਼ਿਕਰ ਕੀਤਾ ਹੀ ਕੀਤਾ ਹੈ, ਥੋੜਾ ਜਿਹਾ ਤੁਸੀਂ ਅਮਰੀਕਾ ਦਾ ਆਲਰੇਡੀ ਟੱਚ ਬੇਸ ਕਰ ਚੁੱਕੇ ਹੋ। ਇੰਟਰਨੈਸ਼ਨਲ ਕਮਿਊਨਿਟੀ ਜਾਂ ਅਦਰ ਕੰਟਰੀਜ਼ ਜਿਹੜੀਆਂ ਨੇ, ਚਾਹੇ ਉਹ ਯੂਕੇ ਦਾ, ਸੌਰੀ ਮੈਂ ਇੱਕ ਚੀਜ਼ ਪਹਿਲਾਂ ਥੋੜਾ ਜ਼ਿਕਰ ਕਰਨਾ ਚਾਹਾਂਗਾ, ਬਾਕੀ ਕੰਟਰੀਜ਼ ਦੇ ਉੱਪਰ ਜਾਓ ਤੁਸੀਂ, ਬ੍ਰਿਟੇਨ ਦੀ, ਬ੍ਰਿਟਿਸ਼ਰਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਹਾ ਜਾਂਦਾ ਕਿ ਉਹ ਵੀ ਇੱਕ ਸਮੇਂ ਦੇ ਉੱਪਰ ਇਹ ਸਾਰੀ ਚੀਜ਼ ਨੂੰ, ਇਸ ਸਾਰੇ ਮਾਹੌਲ ਨੂੰ ਬਣਾਉਣ ਦੇ ਲਈ ਜ਼ਿੰਮੇਵਾਰ ਸੀਗੇ। ਕਿਵੇਂ ਉਸ ਗੱਲ ਨੂੰ ਕਿਵੇਂ ਇਲੈਬੋਰੇਟ ਕਰੋਗੇ? ਦੇਖੋ, ਹਿਸਟਰੀ ਦੇ ਵਿੱਚ ਤੇ ਇਹ ਤੁਸੀਂ ਦੇਖੋ ਜਦੋਂ ਇਹ ਸਟਾਰਟ ਹੋਇਆ ਤੇ ਉਦੋਂ ਬ੍ਰਿਟੇਨ ਨੂੰ ਹੀ ਯੂਨਾਈਟਿਡ ਨੇਸ਼ਨ ਨੇ ਇਹ ਜ਼ਿੰਮੇਵਾਰੀ ਦਿੱਤੀ ਸੀ ਕਿ ਇੱਥੇ ਤੁਸੀਂ ਦੋ ਸਪਲਿਟ ਕੰਟਰੀਆਂ ਬਣਾਓ, ਇੱਕ ਫਿਲਿਸਤੀਨ ਦੀ, ਇੱਕ ਇਜ਼ਰਾਈਲ ਦੀ। ਬਟ ਬ੍ਰਿਟੇਨ ਦੀ ਜਿੱਦਾਂ ਤੁਸੀਂ ਕਹਿ ਲਓ ਕਿ ਉਹਨਾਂ ਦੀ ਸ਼ੁਰੂ ਦੀ ਆਦਤ ਹੈਗੀ, ਜਿੱਦਾਂ ਉਹਨਾਂ ਇੰਡੀਆ ਪਾਕਿਸਤਾਨ ਬਣਾ ਕੇ ਛੋੜ ਦਿੱਤਾ, ਇਦਾਂ ਹੀ ਉਹਨਾਂ ਫਿਲਿਸਤੀਨ ਤੇ ਇਜ਼ਰਾਈਲ ਨੂੰ ਲੜ ਉਹ ਕੇ ਸਾਰੀ ਉਮਰ ਲੜਦੇ ਰਹਿਣ। ਹਾਂ ਬਿਲਕੁਲ, ਉਹਨਾਂ ਕੋਈ ਸੋਲੂਸ਼ਨ ਨਹੀਂ। ਤੇ ਅੱਛਾ, ਹੁਣ ਆਪਾਂ ਅਮਰੀਕਾ ਕੈਨੇਡਾ ਦੀ ਸਾਈਡ ਤੇ ਨਾਰਥ ਅਮਰੀਕਾ ਦਾ ਗੱਲ ਕਰੀਏ, ਥੋੜਾ ਜਿਹਾ ਕੀ ਪ੍ਰਭਾਵ ਹੈ ਜਾਂ ਉਹ ਕਿਵੇਂ ਦੇਖ ਰਹੇ ਨੇ ਇਸ ਸਾਰੇ ਝਗੜੇ ਨੂੰ? ਦੇਖੋ, ਪਹਿਲੇ ਅਸੀਂ ਯੂਨਾਈਟਿਡ ਸਟੇਟ ਦੀ ਗੱਲ ਕਰਦੇ ਹਾਂ ਤੇ ਪਿਛਲੇ 3 ਵਾਰੀ ਮੀਟਿੰਗ ਹੋ ਚੁੱਕੀ ਹੈ ਯੂਨਾਈਟਿਡ ਨੇਸ਼ਨ ਦੀ, ਐਂਡ ਯੂਨਾਈਟਿਡ ਨੇਸ਼ਨ ਆਪਣਾ ਕੋਈ ਬਿਆਨ ਦੇਣਾ ਚਾਹੁੰਦਾ ਹੈਗਾ ਜਿਹਦੇ ਵਿੱਚ ਚਾਈਨਾ, ਨੀਦਰਲੈਂਡ ਔਰ ਅਦਰ ਕੰਟਰੀਜ਼, ਨਾਟ ਨੀਦਰਲੈਂਡ, ਚਾਈਨਾ,
ਤੇ 2-3 ਕੰਟਰੀਜ਼ ਹੋਰ ਜਿਹੜੀਆਂ ਹੈਗੀਆਂ ਉਹ ਕਾਫੀ ਪ੍ਰੈਸ਼ਰ ਪਾ ਰਹੀਆਂ, ਬਟ ਤਿੰਨੋਂ ਟਾਈਮ ਹੁਣ ਯੂਐਸ ਨੇ ਵੀਟੋ ਆਪਣੀ ਯੂਜ਼ ਕੀਤੀ ਹੈਗੀ। ਐਂਡ ਸੰਡੇ ਮਤਲਬ ਇੱਕ ਦਿਨ ਪਹਿਲਾਂ ਵੀ ਉਹਨਾਂ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈਗਾ, ਬਿਕੋਜ਼ ਯੂਐਸ ਦਾ ਜਿਹੜਾ ਮੇਨ ਰੋਲ ਹੈਗਾ ਉਹ ਇਜ਼ਰਾਈਲ ਦੇ ਪੱਖ 'ਚ ਹੈਗਾ ਕਿ ਹਮਾਸ ਦੀ ਜਿੰਨੀ ਵੀ ਪਾਵਰ ਹੈਗੀ ਉਹਨੂੰ ਡਿਸਮੈਂਟਲ ਕਰਕੇ ਹੀ ਇਹ ਚੀਜ਼ ਨੂੰ ਰੋਕਣਾ ਹੈਗਾ। ਉਹ ਤੋਂ ਪਹਿਲੇ ਕੋਈ ਵੀ ਇੰਟਰਨੈਸ਼ਨਲ ਕਮਿਊਨਿਟੀ ਜਾਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਇਹਦੇ ਵਿੱਚ ਆਪਣਾ ਹਸਤਕਸ਼ੇਪ ਨਾ ਕਰੇ। ਰਾਈਟ। ਤੇ ਅੱਛਾ, ਕੈਨੇਡਾ ਕਿੱਥੇ ਕੁ ਸਟੈਂਡ ਕਰਦਾ ਜੀ ਇਸ ਝਗੜੇ ਤੇ? ਦੇਖੋ, ਕੈਨੇਡਾ ਦੇ ਵਿੱਚ ਪਿਛਲੇ ਹਫਤੇ ਜਦੋਂ ਇਹ ਕੈਜੂਅਲਟੀਜ਼ ਹੋਈਆਂ ਹੈਗੀਆਂ ਤੇ ਦੋਨੋਂ ਪੱਖ, ਜੂਜ਼ ਕਮਿਊਨਿਟੀ ਜਾਂ ਪੈਲੇਸਟੀਨ ਕਮਿਊਨਿਟੀ, ਦੋਨਾਂ ਦੀ ਕਾਫੀ ਰੈਲੀਜ਼ ਮੈਨੀਟੋਬਾ, ਐਡਮਿੰਟਨ, ਟੋਰਾਂਟੋ ਦੇ ਵਿੱਚ ਨਿਕਲੇ ਹੈਗੀਆਂ। ਦੇਖੋ, ਇਹ ਲੋਕਾਂ ਦਾ ਇੱਕ ਨਾਰਮਲ ਰਿਐਕਸ਼ਨ ਹੁੰਦਾ ਹੈਗਾ, ਬਿਕੋਜ਼ ਪਿੱਛੇ ਕੰਟਰੀ ਦੇ ਵਿੱਚ ਜਿੱਥੋਂ ਦੇ ਤੁਸੀਂ ਬਿਲੋਂਗ ਕਰਦੇ ਹੋ ਉੱਥੇ ਕੁਝ ਵੀ ਹੋ ਰਿਹਾ ਹੈਗਾ ਤੇ ਇੱਕ ਨਾਰਮਲ ਰਿਐਕਸ਼ਨ ਹੈਗਾ ਜਿਹੜੇ ਲੋਕ ਆਪਣੀ ਕਰਦੇ ਹੈਗੇ। ਤੁਸੀਂ ਨੋਟ ਕਰੋਗੇ ਜਿੱਦਾਂ ਆਪਾਂ ਵੀ ਇੰਡੀਆ ਦੇ ਵਿੱਚ ਕੁਝ ਜਿੱਦਾਂ ਕਰੋਨਾ ਹੋ ਗਿਆ ਜਾਂ ਕੁਝ ਵੀ ਕੱਲ ਨੂੰ ਹੋ ਜਾਏ ਤੇ ਇਟ ਇਜ਼ ਅ ਵੈਰੀ ਆਬਵੀਅਸ ਰਿਐਕਸ਼ਨ, ਬਟ ਲੋਕ ਬੇਸਿਕਲੀ ਸ਼ਾਂਤੀ ਚਾਹੁੰਦੇ ਹੈਗੇ, ਬਿਕੋਜ਼ ਕੋਈ ਵੀ ਨਹੀਂ ਚਾਹੁੰਦਾ ਹੈਗਾ ਕਿ ਸਿਵਲ ਕੈਜੂਅਲਟੀ ਨਾ ਹੋਏ। ਬਿਕੋਜ਼ ਤੁਸੀਂ ਦੇਖੋਗੇ ਫਿਲਿਸਤੀਨ ਦੇ ਵਿੱਚ 200 ਤੋਂ ਉੱਪਰ ਕੈਜੂਅਲਟੀ ਹੋ ਚੁੱਕੀ ਹੈ, ਜਿਹਦੇ ਵਿੱਚ 50 ਤੇ ਬੱਚੇ ਮਾਰੇ ਗਏ ਹੈਗੇ, ਸਕੂਲੀ ਬੱਚੇ ਜਿਹਨੂੰ ਕਹਿੰਦੇ ਹੈਗੇ। ਹਾਂਜੀ। ਤੇ ਉਹਦੀ ਜਿਹੜੀ ਜ਼ਿੰਮੇਦਾਰੀ ਕੌਣ ਲਏਗਾ ਉਹ ਕੋਈ ਪਤਾ ਨਹੀਂ ਹੈਗਾ। ਤੇ ਇੱਕ ਨਾਰਮਲ ਰਿਐਕਸ਼ਨ ਹੈਗਾ ਕੈਨੇਡਾ ਦੇ ਵਿੱਚ। ਐਨਡੀਪੀ ਦੇ ਲੀਡਰ ਮਿਸਟਰ ਜਗਮੀਤ ਸਿੰਘ ਨੇ ਵੀ ਬਿਆਨ ਦਿੱਤਾ ਹੈਗਾ ਕਿ ਉਹਨਾਂ ਨੇ ਰਿਕੁਐਸਟ ਕੀਤੀ ਸੀ ਕਿ ਇਜ਼ਰਾਈਲ ਨੂੰ ਜਿਹੜੀ ਹੈਗੀ ਤੁਸੀਂ ਆਪਣੇ ਆਰਮਜ਼ ਐਂਡ ਐਮਨੀਸ਼ਨ ਸੈੱਲ ਨਾ ਕਰੋ, ਜਿਹਦੇ ਉੱਪਰ ਆਪਣੇ ਪ੍ਰਾਈਮ ਮਿਨਿਸਟਰ ਟਰੂਡੋ ਨੇ ਆਈ ਥਿੰਕ ਰਿਫਿਊਜ਼ਲ ਕੁਝ ਦਿੱਤਾ ਸੀ, ਮੈਂ ਨਿਊਜ਼ ਪੜ੍ਹੀ ਸੀ। ਤੇ ਹਰ ਕੋਈ ਬੇਸਿਕਲੀ ਕੋਸ਼ਿਸ਼ ਇਹੀ ਕਰ ਰਿਹਾ ਹੈਗਾ ਕਿ ਸ਼ਾਂਤੀ ਸਥਾਪਿਤ ਕੀਤੀ ਜਾਵੇ ਜਲਦੀ ਤੋਂ ਜਲਦੀ, ਔਰ ਇੰਟਰਨੈਸ਼ਨਲ ਕਮਿਊਨਿਟੀ ਐਂਡ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਇਹਦੇ 'ਚ ਰੋਲ ਅਦਾ ਕਰਨ। ਬਟ ਯੂਨਾਈਟਿਡ ਨੇਸ਼ਨ ਦਾ ਰੋਲ ਹਾਲੇ ਤੱਕ ਕੋਈ ਅਦਾ ਨਹੀਂ ਹੋਇਆ। ਹੋ ਸਕਦਾ ਕਿ ਯੂਨਾਈਟਿਡ ਨੇਸ਼ਨ ਸਿਰਫ ਬਿਆਨ ਦੇ, ਬਟ ਬਿਆਨਬਾਜ਼ੀ ਨਾਲ ਇਹ ਪ੍ਰੋਬਲਮ ਜਿਹੜੀ ਸੋਲਵ ਨਹੀਂ ਹੋਣ ਲੱਗੀ। ਅੱਛਾ, ਬਾਕੀ ਕੰਟੀਨੈਂਟਸ ਕਿਵੇਂ ਦੇਖਦੇ ਨੇ, ਚਾਹੇ ਏਸ਼ੀਆ ਦੀ, ਯੂਰਪ ਦੀ ਜਾਂ ਹੋਰ ਬਾਕੀ ਆਸਟ੍ਰੇਲੀਆ, ਨਿਊਜ਼ੀਲੈਂਡ ਵਾਲੀ ਸਾਈਡ ਦੀ ਗੱਲ ਕਰੀਏ? ਦੇਖੋ, ਇੰਡੀਵਿਜੂਅਲ ਅਪਰੋਚ ਨਾਲ ਤੇ ਇਹ ਪ੍ਰੋਬਲਮ ਸੋਲਵ ਹੋਣੀ ਨਹੀਂ ਹੈਗੀ, ਬਿਕੋਜ਼ ਦਿਸ ਇਜ਼ ਅ ਇੰਟਰਨੈਸ਼ਨਲ ਪ੍ਰੋਬਲਮ। ਕੋਈ ਵੀ ਇੱਕ ਕੰਟਰੀ ਦਾ ਬਿਆਨ ਜਾਂ ਇੱਕ ਕੰਟਰੀ ਦੀ ਤੁਸੀਂ ਕਹਿ ਲਓ ਕਿ ਕੋਈ ਜਿਹੜੀ ਪੱਖ ਲੈਣ ਦੇ ਕਾਰਨ ਇਹਦੇ ਤੋਂ ਕੋਈ ਜ਼ਿਆਦਾ ਮੇਜਰ ਇਫੈਕਟ ਨਹੀਂ ਪੈਣਾ, ਬਿਕੋਜ਼ ਇਹਦੇ ਵਿੱਚ ਮੇਜਰ ਰੋਲ ਪਲੇ ਯੂਐਸ ਤੇ ਈਰਾਨ ਕਰ ਰਹੇ ਹੈਗੇ। ਬਿਕੋਜ਼ ਇਹ ਉਹਨਾਂ ਦੀ ਜਿਹੜੀ ਤੁਸੀਂ ਕਹਿ ਲਓ ਕਿ ਪਿਛਲੇ 4-5 ਮਹੀਨੇ ਦੀ ਗਤੀਵਿਧੀਆਂ ਜਿਹੜੀਆਂ ਹੋਈਆਂ ਹੈਗੀ ਉਹਦਾ ਰਿਜ਼ਲਟ ਹੈਗਾ। ਰਾਈਟ। ਸਪੈਸੀਫਿਕਲੀ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਉੱਥੋਂ ਬਹੁਤ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਮਰਥਨ ਦੀ ਜਾਂ ਵਿਰੋਧ ਦੀ ਜਦੋਂ ਗੱਲ ਕਰਦੇ ਹਾਂ, ਦੇਖਦੇ ਹਾਂ, ਤਾਂ ਇੰਡੀਆ ਦੀ ਸਥਿਤੀ ਕੀ ਹੈ ਇਸ ਵੇਲੇ? ਇੰਡੀਆ ਕਿਹਦੇ ਫੇਵਰ 'ਚ ਲੱਗਦਾ? ਕਿਉਂਕਿ ਜਦੋਂ ਅਸੀਂ ਖਾਸ ਤੌਰ ਤੇ ਟਵਿੱਟਰ ਵਾਰ ਦੀ ਗੱਲ ਕਰਦੇ ਹਾਂ ਜਦੋਂ, ਤਾਂ ਉੱਥੇ ਹੱਕ ਵਿੱਚ ਵੀ ਔਰ ਵਿਰੋਧ ਵਿੱਚ ਵੀ ਇਜ਼ਰਾਈਲ ਦੇ ਹੱਕ 'ਚ ਟਵੀਟ ਕੀਤੇ ਜਾਂਦੇ ਨੇ, ਹੈਸ਼ਟੈਗ ਜਨਰੇਟ ਕੀਤੇ ਜਾਂਦੇ ਨੇ। ਸੇਮ ਵੇ ਫਿਲਿਸਤੀਨ ਦੇ ਹੱਕ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਟਵੀਟਸ ਦੇਖਣ ਨੂੰ ਮਿਲਦੇ ਆ। ਉਹ ਜਿਹੜੀ ਟਵੀਟ ਵਾਰ ਚੱਲ ਰਹੀ ਆ ਉਹਦੇ ਤੇ ਕੀ ਕਮੈਂਟ ਹੈ ਤੁਹਾਡਾ? ਦੇਖੋ, ਇੰਡੀਆ ਦੇ ਇਜ਼ਰਾਈਲ ਦੇ ਨਾਲ ਰਿਲੇਸ਼ਨ ਬਹੁਤ ਵਧੀਆ ਹੈਗੇ ਆ, ਔਰ ਪਿੱਛੇ ਵੀ ਉਹਨਾਂ ਦੇ ਰਿਲੇਸ਼ਨ ਵਧੀਆ ਸੀ, ਬਟ ਸੇਮ ਟਾਈਮ ਤੇ ਇੰਡੀਆ ਕਿਸੇ ਵੀ ਮਿਲੀਟੈਂਟ ਆਰਗੇਨਾਈਜੇਸ਼ਨ ਨੂੰ ਰਿਕਗਨਾਈਜ਼ ਨਹੀਂ ਕਰਦਾ ਹੈਗਾ। ਅੱਜ ਯੂਐਨ ਸੰਡੇ ਨੂੰ ਯੂਐਨ ਦੇ ਵਿੱਚ ਆਪਣੇ ਇੰਡੀਆ ਦੇ ਰਾਜਦੂਤ ਜਿਹੜੇ ਹੈਗੇ ਤ੍ਰਿਮੂਰਤੀ, ਉਹਨਾਂ ਨੇ ਬਿਆਨ ਵੀ ਦਿੱਤਾ ਹੈਗਾ ਕਿ ਜਿਹੜੇ ਬੱਚੇ ਐਂਡ ਸਿਵਲ ਕੈਜੂਅਲਟੀ ਹੋ ਰਹੀ ਹੈ, ਜਿਹੜਾ ਕਿ ਸਿੱਧਾ ਸਿੱਧਾ ਹਿਊਮਨ ਰਾਈਟ ਵਾਇਲੇਸ਼ਨ ਹੈ, ਇਹ ਬੰਦ ਹੋਣਾ ਚਾਹੀਦਾ ਔਰ ਜਲਦੀ ਤੋਂ ਜਲਦੀ ਸ਼ਾਂਤੀ ਸਥਾਪਿਤ ਹੋਣੀ ਚਾਹੀਦੀ ਹੈਗੀ। ਇੰਡੀਆ ਦਾ ਇਹ ਰੁਖ ਜਿਹੜਾ ਹੈਗਾ ਸਾਹਮਣੇ ਆਇਆ, ਬਿਕੋਜ਼ ਇੰਡੀਆ ਕਦੀ ਵੀ ਕਿਤੇ ਹਿਊਮਨ ਰਾਈਟ ਵਾਇਲੇਸ਼ਨ ਜਾਂ ਲੜਾਈ ਦੇ ਪੱਖ 'ਚ ਕਦੀ ਵੀ ਨਹੀਂ ਰਿਹਾ ਹੈਗਾ। ਅੱਛਾ, ਕੰਕਲੂਡ ਕਰਦੇ ਹੋਏ ਆਪਣੀ ਇਸ ਗੱਲਬਾਤ ਨੂੰ ਤੁਸੀਂ ਕੀ ਦੇਖਦੇ ਹੋ? ਫਿਊਚਰ ਕੀ ਹੋਏਗਾ ਜਾਂ ਕਿਹੜੀਆਂ-ਕਿਹੜੀਆਂ ਪ੍ਰੋਬੇਬਿਲਿਟੀਜ਼ ਇਹਦੇ ਵਿੱਚੋਂ ਨਿਕਲ ਸਕਦੀਆਂ ਨੇ? ਕਿਉਂਕਿ ਇੱਕ ਸਮਾਂ ਸੀ ਜਦੋਂ ਇਹ ਵੀ ਲੋਕ ਕਹਿਣ ਲੱਗ ਗਏ ਸੀ ਕਿ ਸ਼ਾਇਦ ਇਹ ਅਗਲੀ ਵਰਲਡ ਵਾਰ ਵੱਲ ਨੂੰ ਨਾ ਕਿਤੇ ਚਲਿਆ ਜਾਵੇ। ਪਰ ਮੈਨੂੰ ਜਿੱਥੇ ਤੱਕ ਲੱਗਦਾ, ਮੇਰੀ ਪਰਸਨਲ ਅਸੈਸਮੈਂਟ ਹੋ ਸਕਦਾ ਇਹ ਮੈਂ ਰੋਂਗ ਹੋਵਾਂ, ਪਰ ਅੱਜ ਦੀ ਡੇਟ 'ਚ ਮੈਨੂੰ ਨਹੀਂ ਲੱਗ ਰਿਹਾ ਵੀ ਕਿਤੇ ਵੀ ਕੋਈ ਵੀ ਹੋਰ ਕੰਟਰੀ, ਜਿੱਥੇ ਇੱਕ ਪਾਸੇ ਤਾਂ ਅਸੀਂ ਕੋਵਿਡ ਦੇ ਨਾਲ ਲੜ ਰਹੇ ਹਾਂ ਔਰ ਦੂਸਰੇ ਪਾਸੇ ਵਰਲਡ ਲੈਵਲ ਦੇ ਉੱਪਰ ਇਕਨੋਮਿਕਲ ਕ੍ਰਾਈਸਿਸ ਜਿਸ ਤਰ੍ਹਾਂ ਦੇ ਅਲੱਗ-ਅਲੱਗ ਕੰਟਰੀਜ਼ ਨੂੰ ਫੇਸ ਕਰਨੇ ਪੈ ਰਹੇ ਨੇ, ਕੋਈ ਵੀ ਇਸ ਤਰ੍ਹਾਂ ਦੀ ਕੋਸ਼ਿਸ਼ ਕਰੇਗਾ ਕਿ ਇੱਕ ਤੀਜੀ ਵਰਲਡ ਵਾਰ ਵੱਲ ਨੂੰ ਲੈ ਕੇ ਜਾਇਆ ਜਾਵੇ। ਡੂ ਯੂ ਥਿੰਕ ਸੋ? ਨਹੀਂ, ਦੇਖੀਏ, ਸਿਚੁਏਸ਼ਨ ਕਾਫੀ ਟੈਂਸ ਹੈਗੀ। ਯੂਐਸ ਨੇ ਆਪਣੇ ਐਨਵਾਇਜ਼ ਇਜ਼ਰਾਈਲ ਦੇ ਵਿੱਚ ਭੇਜ ਦਿੱਤੇ ਹੈਗੇ। ਬਸ ਇਹ 'ਚ ਹੁਣ ਇਹ ਖਤਰਾ ਹੈ ਕਿ ਨਾਨ ਸਟੇਟ ਪਲੇਅਰ ਜਿੱਦਾਂ ਈਰਾਨ ਹੈਗੇ ਜਾਂ ਆਰਗੇਨਾਈਜੇਸ਼ਨ ਆਫ ਇਸਲਾਮਿਕ ਕਾਰਪੋਰੇਸ਼ਨ ਜਾਂ ਕੁਝ ਹੋਰ ਕੰਟਰੀਜ਼ ਜਿਨ੍ਹਾਂ ਦੇ ਆਪਣੇ ਕੁਝ ਪਰਸਨਲ ਗੇਨਸ ਦੀ ਵਜ੍ਹਾ ਨਾਲ ਜਿਹੜੇ ਉਹ ਕਹਿੰਦੇ ਕਿ ਅੱਗ ਦੇ ਵਿੱਚ ਆਪਣੇ ਹੱਥ ਸੇਕਣ ਦਾ ਕੰਮ ਨਾ ਕਰਨ ਤੇ ਇਹ ਚੀਜ਼ ਬਲੋ ਅਪ ਨਾ ਹੋਵੇ। ਇਜ਼ਰਾਈਲ ਦੀ ਸਿਚੁਏਸ਼ਨ ਇਹ ਹੈਗੀ, ਉਹ ਕਹਿੰਦੇ ਹੈਗੇ ਕਿ ਹਮਾਸ ਦੇ ਖਿਲਾਫ ਉਹਨਾਂ ਦਾ ਜਿਹੜਾ
ਫੋਰਸਫੁਲੀ ਜਿਹੜਾ ਸਿਸਟਮ ਹਾਲੀ ਚੱਲ ਰਿਹਾ ਹੈਗਾ ਉਹ ਕੁਝ ਦਿਨ ਤੱਕ ਚੱਲਦਾ ਰਹੇਗਾ ਜਦ ਤੱਕ ਹਮਾਸ ਨੂੰ ਪੂਰੀ ਤਰ੍ਹਾਂ ਡਿਸਮੈਂਟਲ ਨਹੀਂ ਕੀਤਾ ਜਾਏਗਾ। USA ਦੇ ਤਗੜੀ ਤਰ੍ਹਾਂ ਨਜ਼ਰ ਰੱਖਿਆ ਹੋਇਆ। ਆਈ ਥਿੰਕ ਕੱਲ ਦੀ ਨਿਊਜ਼ ਹੈਗੀ ਕਿ US ਨੇ ਆਪਣੀ ਕੁਝ ਫੋਰਸਸ ਜਿਹੜੀਆਂ ਹੈਗੀਆਂ ਮਿਡਲ ਈਸਟਰਨ ਜਿਹੜਾ ਉਹਨਾਂ ਦਾ ਥੀਏਟਰ ਹੈਗਾ ਉੱਥੇ ਸਾਊਦੀ ਅਰੇਬੀਆ ਦੇ ਵਿੱਚ ਸ਼ਿਫਟ ਵੀ ਕੀਤੀਆਂ ਹੈਗੀਆਂ। ਐਂਡ ਤੁਸੀਂ ਦੇਖੋ ਸਾਊਦੀ ਅਰੇਬੀਆ ਦੇ ਵਿੱਚ ਬੜੀ ਹੀ ਹਾਲੇ ਚੁੱਪੀ ਸਾਧੇ ਹੋਇਆ ਬਿਕੋਜ਼ ਯੂਨਾਈਟਿਡ ਸਟੇਟ ਦਾ ਸਾਊਦੀ ਅਰੇਬੀਆ ਨਾਲ ਇੱਕ ਬਹੁਤ ਪੁਰਾਣਾ ਤੇ ਵਧੀਆ ਰਿਲੇਸ਼ਨ ਹੈਗਾ। ਔਰ ਬਾਕੀ ਕੰਟਰੀਜ਼ ਜਿਹੜੀਆਂ ਕੋਈ ਖਾਸ ਰੋਲ ਪਲੇ ਨਹੀਂ ਕਰ ਪਾਉਣਗੀਆਂ ਜਦ ਤੱਕ ਯੂਨਾਈਟਿਡ ਨੇਸ਼ਨ ਇਹਦੇ ਤੇ ਕੋਈ ਵਰਡਿਕਟ ਨਹੀਂ ਦਿੰਦਾ। ਤੇ ਹੋਪਫੁਲੀ ਇਹ ਦੁਆ ਹੀ ਕਰਦੇ ਹਾਂ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਿਚੁਏਸ਼ਨ ਕੰਟਰੋਲ ਹੋਵੇਗੀ ਐਂਡ ਪੀਸ ਵਿਲ ਪ੍ਰਵੇਲ। ਐਂਡ ਬਾਕੀ ਰੈੱਡ ਕ੍ਰਾਸ ਵਗੈਰਾ ਜਿਹੜੀਆਂ ਇੰਟਰਨੈਸ਼ਨਲ ਆਪਣੀਆਂ ਆਰਗੇਨਾਈਜੇਸ਼ਨਸ ਹੈਗੀਆਂ ਉਹ ਉੱਥੇ ਜਾਣ ਤੇ ਜਿਹੜੇ ਵੀ 1000 ਤੋਂ ਉੱਪਰ ਉੱਥੇ ਲੋਕ ਇੰਜਰਡ ਹੋਏ ਆ ਉਹਨਾਂ ਦੀ ਹੈਲਪ ਹੋਵੇ। ਔਰ ਮੈਂ ਤੁਹਾਨੂੰ ਦੱਸਾਂ ਕਿ ਜਿਹੜੇ ਹਸਪੀਟਲ ਹੈ ਉਹ ਪੂਰੀ ਤਰ੍ਹਾਂ ਭਰ ਗਏ ਹੈਗੇ ਆਪਣੇ ਪੈਲਸਟੀਨੀਅਨ। ਈਵਨ ਜਾਰਡਨ ਨੇ ਆਈ ਥਿੰਕ ਆਪਣੇ ਗੇਟ ਖੋਲੇ ਹੈਗੇ। ਹੁਣ ਲੋਕਾਂ ਨੂੰ ਜਾਰਡਨ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਕਿ ਜਿਹੜੇ ਇੰਜਰਡ ਬੱਚੇ ਜਾਂ ਜਿਹੜੇ ਬਜ਼ੁਰਗ ਵਗੈਰਾ ਉੱਥੇ ਹੈਗੇ। ਓਕੇ ਭੁਪਿੰਦਰ ਜੀ, ਆਪਾਂ ਬਿਫੋਰ ਕੇ ਵਾਈਂਡ ਅਪ ਕਰੀਏ ਸਾਰੀ ਇਸ ਗੱਲਬਾਤ ਨੂੰ, ਕੋਈ ਹੋਰ ਪੁਆਇੰਟ ਤੁਸੀਂ ਐਡ ਕਰਨਾ ਚਾਹੋ ਤੇ ਫਿਰ ਆਪਾਂ ਸਮਾਪਤ ਕਰਦੇ ਹਾਂ ਅੱਜ ਦਾ ਸਾਡਾ ਇਹ ਖਾਸ ਸੈਗਮੈਂਟ। ਹਰਜਿੰਦਰ ਜੀ ਦੇਖੋ ਦੋਨੋਂ ਤਰਫਾਂ ਦੇਸ਼ ਭਗਤੀ ਦਾ ਜਿਹੜਾ ਜਜ਼ਬਾ ਹੈਗਾ ਉਹ ਬਹੁਤ ਹਾਈ ਚੱਲ ਰਿਹਾ ਹੈਗਾ। ਸਾਰੇ ਨੂੰ ਆਪਣੇ ਮੁਲਕ ਨਾਲ ਪਿਆਰ ਹੁੰਦਾ ਹੈਗਾ। ਮੁਲਕ ਦੇ ਉੱਪਰ ਸਾਰੇ ਜਾਨ ਵਾਰਨ ਨੂੰ ਹਮੇਸ਼ਾ ਤਿਆਰ ਰਹਿੰਦੇ ਹੈਗੇ। ਬਟ ਮੈਨੂੰ ਆਪਣੇ ਇੰਡੀਆ ਦੇ ਨੋਬਲ ਪ੍ਰਾਈਜ਼ ਵਿਨਰ ਰਵਿੰਦਰਨਾਥ ਟੈਗੋਰ ਦੀ ਇੱਕ ਲਾਈਨ ਨਾਲ ਕਨਕਲੂਡ ਕਰੂੰਗਾ। ਉਹ ਜੀ ਕਹਿੰਦੇ ਸੀ ਕਿ ਦੇਸ਼ भक्ति हमारा आखिरी सहारा नहीं हो सकता। मैं हीरों के दाम पर शीशा कभी नहीं खरीदूंगा और जब तक मैं जिंदा हूं देशभक्ति को मानवता से ऊपर नहीं होने दूंगा। ਤੇ ਮੈਨੂੰ ਲੱਗਦਾ ਹੈਗਾ ਮਾਨਵਤਾ ਜਿਹੜੀ ਹੈਗੀ ਮਨੁੱਖੀ ਉਹਨੂੰ ਅਸੀਂ ਪ੍ਰਾਇੋਰਟੀ ਤੇ ਸਮਝੀਏ, ਉਹਨੂੰ ਅਸੀਂ ਉੱਪਰ ਸਮਝੀਏ ਤੇ ਇਹ ਜੰਗ ਜਿਹੜੀ ਜਲਦੀ ਤੋਂ ਜਲਦੀ ਖਤਮ ਕਰੀਏ। ਆਮੀਨ ਸਰ, ਸਾਡੀ ਵੀ ਇਹੀ ਦੁਆ ਜੀ ਇਸ ਤਰ੍ਹਾਂ ਹੋਵੇ ਔਰ ਕਿਤੇ ਵੀ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਇਸ ਤਰ੍ਹਾਂ ਇਨਸਾਨ ਦਾ ਦੁਸ਼ਮਣ ਨਾ ਬਣੇ। ਇੱਕ ਦੂਸਰੇ ਨੂੰ ਖਤਮ ਕਰਕੇ ਅਸੀਂ ਆਪਣਾ ਜੇਕਰ ਕੋਈ ਹੱਕ ਜਤਾਉਣਾ ਚਾਹੁੰਦੇ ਹਾਂ, ਆਈ ਥਿੰਕ ਇਸ ਤਰ੍ਹਾਂ ਦਾ ਹੱਕ ਸਾਨੂੰ ਕਿਤੇ ਨਹੀਂ ਚਾਹੀਦਾ। ਸੋ ਬਹੁਤ ਮਿਹਰਬਾਨੀ ਜੀ ਸਰ, ਥੈਂਕ ਯੂ ਸੋ ਮਚ, ਧੰਨਵਾਦ। ਇਸੇ ਨੋਟ ਤੇ ਅੱਜ ਦਾ ਇਹ ਸੈਗਮੈਂਟ ਸਿਆਸੀ ਰਮਜ਼ਾਂ ਪੋਲੀਟੀਕਲ ਪਲਸ ਹਰਜਿੰਦਰ ਗਿੱਲ ਸ਼ੋਅ ਦੇ ਉੱਤੇ ਅਸੀਂ ਸਮਾਪਤ ਕਰਦੇ ਹਾਂ। ਬਹੁਤ ਮਿਹਰਬਾਨੀ ਸਰ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। For all our latest updates, please subscribe G Media Group YouTube channel and press the bell icon.